ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਣੀ ਵਿੱਚ ਕਰਾਮਾਤ ਜਾਂ ਬਾਣੀ ਦੀ ਕਰਾਮਾਤ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਕੌਤਕਾਂ ਤੇ ਕਰਾਮਾਤਾਂ ਭਰਪੂਰ ਆ। ਬਾਣੀ ਵਿੱਚ ਅਨੇਕਾਂ ਹੀ ਕੌਤਕ ਕਰਾਮਾਤਾਂ ਦਾ ਜ਼ਿਕਰ ਆ, ਤੇ ਜਿਹੜਾ ਕਿ ਅਸੀਂ ਬਾਣੀ ਦੁਆਰਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਉਹਨੂੰ ਪੜ੍ਹ ਵੀ ਸਕਦੇ ਹਾਂ, ਉਹਦੀ ਵਿਆਖਿਆ ਵੀ ਦੇਖ ਸਕਦੇ ਹਾਂ। ਜਿਹੜੇ ਟੀਕੇ ਆ, ਇੱਕ ਫਰੀਦਕੋਟੀਆ ਟੀਕਾ ਆ, ਭਾਈ ਸਾਹਿਬ ਸਿੰਘ ਦਾ ਟੀਕਾ ਆ, ਗਿਆਨੀ ਮਨਮੋਹਨ ਸਿੰਘ ਦਾ ਟੀਕਾ ਆ। ਉਹ ਟੀਕੇ ਦੇ ਵਿੱਚੋਂ ਜਦੋਂ ਤੁਸੀਂ ਅਰਥ ਪੜ੍ਹੋਗੇ ਤਾਂ ਉਹਨਾਂ ਅਰਥਾਂ ਤੋਂ ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਜਿਹੜੇ ਸਿੱਧੇ ਸਿੱਧੇ ਅਰਥ ਆ, ਬਾਣੀ ਦੇ ਵਿੱਚ ਸਿੱਧੇ ਅਰਥ ਆ। ਜਿਹੜਾ ਅੱਜ ਆਪਾਂ ਜ਼ਿਕਰ ਕਰਨਾ ਆ ਕਰਾਮਾਤ ਦਾ, ਕੌਤਕ ਦਾ, ਕਿਉਂਕਿ ਹੁਣ ਜਿਹੜਾ ਸਮਾਂ ਚੱਲਣ ਦਿਆ, ਅੱਜ ਆਪਾਂ ਦੇਖਦੇ ਹਾਂ ਸਮਾਂ ਜਿਹੜਾ ਸਾਇੰਸ ਦਾ ਯੁੱਗ ਆ। ਬਹੁਤ ਜਿਹੜੇ ਲੋਕ ਨੇ ਇਹਨਾਂ ਗੱਲਾਂ ਤੋਂ ਮਨੁੱਕਰ ਹੁੰਦੇ ਜਾ ਰਹੇ ਕਿ ਕੋਈ ਕੌਤਕ ਨਹੀਂ ਹੁੰਦਾ ਜੀ, ਕੋਈ ਕਰਾਮਾਤ ਨਹੀਂ ਹੁੰਦੀ, ਇਹ ਸਿਰਫ ਗੱਲਾਂ ਬਣਾਈਆਂ ਗਈਆਂ। ਹਾਂਜੀ, ਇਹ ਕਹਿੰਦੇ ਵੀ ਗੱਲਾਂ ਹੀ ਐਵੇਂ ਵੀ ਇਹਦਾ ਕੋਈ ਵਜੂਦ ਨਹੀਂ ਹੈ। ਕਿਉਂਕਿ ਅੱਜ ਕੱਲ੍ਹ ਕੋਈ ਸੰਤ ਮਹਾਂਪੁਰਸ਼, ਕੋਈ ਜਪੀ ਤਪੀ ਸਾਧੂ ਨਹੀਂ ਹੈਗਾ, ਅਤੇ ਉੱਦਾਂ ਉਹ ਸਾਧੂ ਨਾ ਹੋਣ ਕਰਕੇ ਜਿਹੜਾ ਹੈਗਾ ਅੱਜ ਸਾਨੂੰ ਉਹ ਸਾਹਮਣੇ ਦੇਖਣ ਨੂੰ ਮਿਲਦਾ ਹੀ ਨਹੀਂ। ਪਰ ਬਾਣੀ ਤਾਂ ਸੱਚ ਆ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸੱਚ ਆ। ਬਾਣੀ ਵਿੱਚ ਕਦੀ ਵੀ ਮਿਥਿਹਾਸ ਨਹੀਂ ਲਿਖਿਆ, ਇੱਕ ਅੱਖਰ ਵੀ ਜਿਹੜਾ ਆ ਉਹ ਮਿਥਿਹਾਸ ਜਾਂ ਝੂਠ ਨਹੀਂ ਆ। ਬਾਣੀ ਦੇ ਵਿੱਚ ਹਰ ਇੱਕ ਗੱਲ ਸੱਚ ਆ, ਅਤੇ ਸੱਚੀ ਹੀ ਗੱਲ ਜਿਹੜੀ ਹੈ ਉਹ ਬਾਣੀ ਸੱਚ ਸੁਣਾਏ ਸੀ, ਸੱਚ ਕੀ ਵੇਲਾ। ਹੁਣ ਆਪਾਂ ਬਾਣੀ ਦੇ ਵਿੱਚ ਅੱਜ ਪਹਿਲਾ ਭਾਗ ਜਿਹੜਾ ਹੈਗਾ ਆ ਕਰਾਮਾਤ ਤੇ ਕੌਤਕ ਦਾ ਤੁਹਾਨੂੰ ਆਪਾਂ ਸੁਣਾਵਾਂਗੇ। ਅਤੇ ਬਾਣੀ ਦੇ ਵਿੱਚ ਉਹ ਸ਼ਬਦ ਆ ਜਿਹੜਾ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ ਆ 1165 ਅੰਗ ਤੋਂ ਲੈ ਕੇ 1166 ਅੰਗ ਤੱਕ। ਭਗਤ ਨਾਮਦੇਵ ਜੀ ਦਾ ਭੈਰੋ ਰਾਗ ਦੇ ਵਿੱਚ ਉਹ ਸ਼ਬਦ ਆਉਂਦਾ ਆ। ਹੁਣ ਤੁਸੀਂ ਇਹ ਸ਼ਬਦ ਨੂੰ ਧਿਆਨ ਦੇ ਨਾਲ ਸੁਣਿਓ ਅਤੇ ਪੂਰਾ ਸੁਣਿਓ। ਇਹ ਜਿਹੜੇ ਬੰਦੇ ਇਹ ਕਹਿੰਦੇ ਆ ਨਾ ਵੀ ਕਰਾਮਾਤ ਨਹੀਂ ਆ, ਕੌਤਕ ਨਹੀਂ ਹੁੰਦੇ, ਤੁਸੀਂ ਇਸ ਸ਼ਬਦ ਦੀ ਵਿਆਖਿਆ ਤੁਸੀਂ ਕੀ ਕਰੋਗੇ? ਇਹਦੇ ਵਿਆਖਿਆ ਤੇ ਜਿਹੜੇ ਟੀਕੇ ਆ, ਤੁਸੀਂ ਟੀਕਿਆਂ ਤੋਂ ਖੁਦ ਪੜ੍ਹ ਲਓ। ਅਤੇ ਆਮ ਜਿਹੜੇ ਸ਼ਬਦ ਨੇ, ਇਹ ਸ਼ਬਦ ਆ ਬੜਾ ਸਿੰਪਲ ਜਿਹਾ ਸ਼ਬਦ ਆ, ਥੋੜ੍ਹਾ ਲੰਬਾ ਆ ਸ਼ਬਦ। ਇਹਨੂੰ ਧਿਆਨ ਨਾਲ ਸੁਣੋ ਅਤੇ ਇਹਨੂੰ ਸੁਣਿਓ। ਤੁਸੀਂ ਆਪ ਹੀ ਦੇਖਿਓ, ਤੁਸੀਂ ਕਹਿਣਾ ਆ ਕਿ ਹਾਂ ਯਾਰ ਇਹਦੀ ਦੀ ਵਿਆਖਿਆ ਹੋਰ ਹੋ ਹੀ ਨਹੀਂ ਸਕਦੀ। ਹਾਂਜੀ, ਹੁਣ ਭਗਤ ਨਾਮਦੇਵ ਜੀ ਦੇ ਸਮੇਂ ਦੇ ਵਿੱਚ ਇੱਕ ਰਾਜਾ ਹੁੰਦਾ ਆ। ਹੁਣ ਉਹ ਰਾਜਾ ਮੁਹੰਮਦ ਬਿਨ ਤੁਗਲਕ, ਉਹ ਜਿਹੜਾ ਰਾਜਾ ਆ, ਉਹ ਜਿਹੜਾ ਹੈਗਾ ਆ ਭਗਤ ਨਾਮਦੇਵ ਜੀ ਨੂੰ ਪੁੱਛਦਾ ਆ ਵੀ ਉਹ ਨਾਮਦੇਵ ਜੀ ਨੂੰ ਕਹਿੰਦਾ ਆ ਵੀ ਕਹਿੰਦਾ ਸੁਲਤਾਨ ਪੁੱਛੈ ਸੁਣਬੇ ਨਾਮਾ। ਹੁਣ ਸੁਲਤਾਨ ਜਿਹੜਾ ਆ ਨਾਮਦੇਵ ਜੀ ਨੂੰ ਕਹਿੰਦਾ ਕਿ ਕੀ ਕਹਿੰਦਾ ਆ, ਦੇਖੋ ਰਾਮ ਤੁਮਾਰੇ ਕੰਮ, ਕਿ ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ। ਵੀ ਤੇਰੇ ਰਾਮ ਭਾਵ ਕਿ ਉਸ ਰੱਬ ਦੇ ਪਰਮਾਤਮਾ ਦੇ ਮੈਂ ਕੰਮ ਦੇਖਣੇ ਚਾਹੁੰਦਾ ਹਾਂ। ਭਾਵ ਕਿ ਹੁਣ ਇੱਥੇ ਦੇਖੋ ਗੱਲ ਕੀ ਹੁੰਦੀ ਆ ਕਿ ਹੁਣ ਇੱਕ ਭਗਤ, ਇੱਕ ਜਪੀ ਤਪੀ ਬੰਦਾ, ਇੱਕ ਉਸ ਸਮੇਂ ਦੇ ਅਨੁਸਾਰ ਇੱਕ ਨੀਵੀਂ ਜਾਤ ਦਾ ਜਿਹੜਾ ਇਨਸਾਨ, ਭਗਤ ਨਾਮਦੇਵ ਜੀ ਜਿੱਦਾਂ ਉਹਨਾਂ ਨੇ ਭਗਤੀ ਕੀਤੀ, ਬੰਦਗੀ ਕੀਤੀ, ਅਤੇ ਹੁਣ ਰਾਜਾ ਜਿਹੜਾ ਹੈਗਾ ਆ ਉਹਦਾ ਜ਼ੋਰ ਆ। ਹੁਣ ਉਹਦਾ ਜ਼ੋਰ ਆ ਅਤੇ ਉਹਨੇ ਕਹਿਣਾ ਆ ਵੀ ਹੁਣ ਕਹਿੰਦਾ ਵੀ ਮੈਂ ਤੇਰੇ ਰਾਮ ਦੇ ਕੰਮ ਦੇਖਣਾ। ਜਦੋਂ ਉਹਦੀ ਉਸਤਤ ਸੁਣੀ, ਜਦੋਂ ਉਹਦਾ ਬੋਲਬਾਲਾ ਚਾਰੇ ਬੰਨੇ ਸੁਣਿਆ, ਜਦੋਂ ਸੁਣਦਾ ਆ, ਦੇਖਦਾ ਆ, ਅਤੇ ਉਹ ਕਹਿੰਦਾ ਵੀ ਮੈਂ ਵੀ ਦੇਖਾਂ ਵੀ ਇੰਨੇ ਲੋਕ ਕਹਿੰਦੇ ਆ, ਮੈਂ ਦੇਖਣੇ ਚਾਹੁੰਦਾ। ਹੁਣ ਉਹਦਾ ਜ਼ੋਰ ਚੱਲਦਾ। ਹੁਣ ਜਦੋਂ ਜ਼ੋਰ ਚੱਲਦਾ ਅਤੇ ਉਹ ਕਹਿੰਦਾ ਵੀ ਮੈਂ ਦੇਖੋ ਰਾਮ ਤੁਮਾਰੇ ਕੰਮ ਆ, ਵੀ ਮੈਂ ਤਾਂ ਤੇਰੇ ਰਾਮ ਦੇ ਕੰਮ ਦੇਖਣੇ ਚਾਹੁੰਦਾ ਆ। ਹੁਣ ਫਿਰ ਕੀ ਕਹਿੰਦਾ ਵੀ ਨਾਮਾ ਸੁਲਤਾਨੇ ਬਾਦਲਾ। ਹੁਣ ਸਿੱਧਾ ਜਿਹੇ ਅਰਥ ਆ ਇਹਦੇ, ਹੈ ਨਾ, ਵੀ ਸੁਲਤਾਨ ਨੇ, ਬਾਦਸ਼ਾਹ ਨੇ ਨਾਮਦੇਵ ਨੂੰ ਬੰਨ੍ਹ ਲਿਆ। ਹਾਂਜੀ, ਹੁਣ ਨਾਮਦੇਵ ਨੂੰ ਬੰਨ੍ਹ ਲਿਆ ਭਾਵ ਕਿ ਹੁਣ ਉਹਦਾ ਜ਼ੋਰ ਆ, ਬਾਦਸ਼ਾਹ ਆ, ਉਹ ਕੁਛ ਵੀ ਕਰ ਸਕਦਾ। ਜਿੱਦਾਂ ਅੱਜ ਕੱਲ੍ਹ ਸਰਕਾਰਾਂ ਧੱਕਾ ਕਰਦੀਆਂ, ਉਹ ਕਹਿੰਦੇ ਲਿਆ ਅਸੀਂ ਦੇਖਦੇ ਹਾਂ ਤੇਰਾ। ਹੁਣ ਪਰ ਉਹ ਜਿਹੜੇ ਭਗਤ ਨਾਮਦੇਵ ਜੀ ਸੀਗੇ, ਉਹ ਬੰਦਗੀ ਵਾਲੇ ਸੀਗੇ, ਉਹਨਾਂ ਵਿੱਚ ਜਪ ਤਪ ਸੀ। ਹੁਣ ਦੇਖੋ ਤੇਰਾ ਹਰ ਬੀਠਲਾ, ਅੱਗੇ ਰਹਾਓ ਆ ਜਾਂਦਾ ਆ ਵੀ ਮੈਂ ਤੇਰਾ ਕਹਿੰਦਾ ਮੈਂ ਤੇਰਾ ਬੀਠਲਾ ਜਿਹੜਾ ਤੇਰਾ ਜਿਹਨੂੰ ਤੂੰ ਜਪਦਾ ਆ, ਵੀ ਮੈਂ ਤੇਰਾ ਉਹ ਦੇਖਣਾ ਚਾਹੁੰਦਾ ਆ।
ਵੀ ਮੈਂ ਤੇਰਾ ਰੱਬ ਦੇਖਣਾ ਚਾਹੁੰਦਾ ਆ, ਕਿਉਂਕਿ ਭਗਤ ਨਾਮਦੇਵ ਜੀ ਬੀਠਲ ਪਰਮਾਤਮਾ ਨੂੰ ਬੀਠਲ ਕਰਕੇ ਸੱਦਦੇ ਸੀ। ਬੀਠਲ ਜਿਹੜਾ ਹੈਗਾ ਭਗਤ ਨਾਮਦੇਵ ਜੀ ਦੀ ਬੋਲੀ ਦੇ ਵਿੱਚ ਬੀਠਲ ਪਰਮਾਤਮਾ ਨੂੰ ਕਿਹਾ ਜਾਂਦਾ ਹੈ ਨਾ। ਦੇਖੋ ਤੇਰਾ ਹਰ ਬੀਠਲਾ ਵੀ ਮੈਂ ਬੀਠਲਾ ਤੇਰਾ ਪਰਮਾਤਮਾ ਦੇਖਣਾ ਚਾਹੁੰਦਾ ਆ। ਹੁਣ ਉਹ ਕੀ ਕਰਦਾ, ਭਗਤ ਨਾਮਦੇਵ ਜੀ ਨੂੰ ਸਿੱਧਾ ਆ ਕੇ ਕਹਿੰਦਾ ਕਿ ਬਿਸਮਿਲ ਗਊ ਦਿਓ ਜਵਾਏ। ਹੁਣ ਵੀ ਬਿਸਮਿਲ ਗਊ ਮਤਲਬ ਮਰੀ ਹੋਈ ਗਾਂ ਜਿਹੜੀ ਆ ਇਹਨੂੰ ਜੀਂਦੀ ਕਰ। ਹੁਣ ਦੇਖੋ ਕਿੱਡੀ ਵੱਡੀ ਗੱਲ ਆ ਵੀ ਇੱਕ ਭਗਤ ਆ ਤੇ ਉਹਨੂੰ ਕਹਿੰਦਾ ਕਿ ਮੈਨੂੰ ਜਿਹੜੀ ਮਰੀ ਗਾਂ ਜੀਂਦੀ ਕਰਕੇ ਦੇ। ਹੁਣ ਦੇਖੋ ਅੱਗੇ, ਹੁਣ ਜੇ ਅੱਜ ਕੱਲ੍ਹ ਦੇ ਕੋਈ ਪਖੰਡੀ ਹੁੰਦੇ, ਸਾਧ ਹੁੰਦੇ, ਜਿੱਦਾਂ ਅੱਜ ਕੱਲ੍ਹ ਧਾਗੇ ਤਵੀਤ ਮੈਂ ਕਰਦਾ, ਮੈਂ ਆਹ ਕਰ ਦਿੰਦਾ, ਮੈਂ ਤੈਨੂੰ ਧਾਗੇ ਤਵੀਤ ਕਰਦਾ, ਤੁਹਾਡਾ ਮੈਂ ਆਹ ਹਟਾ ਦੇਣਾ, ਯਾਨੀ ਕਿ ਆਪਣੀ ਸ਼ਕਤੀ ਆਪਣੇ ਆਪ ਨੂੰ ਉਹ ਵੱਡਾ ਕਰਕੇ ਦੱਸਦੇ ਆ। ਉਹਨਾਂ ਨੇ ਇਹ ਨਹੀਂ ਕਹਿਣਾ ਵੀ ਰੱਬ ਕਰ ਦੂਗਾ, ਬਾਣੀ ਕਰ ਦੂਗੀ, ਪਰਮਾਤਮਾ ਕਰ ਦੂਗਾ। ਉਹ ਤੇ ਕਰ ਸਕਦਾ, ਬੰਦਾ ਕੁਝ ਨਹੀਂ ਕਰ ਸਕਦਾ ਪਰਮਾਤਮਾ ਤੇ। ਪਰ ਜਿਹੜਾ ਭਗਤ ਆ, ਬੰਦਗੀ ਜਿਹੜਾ ਕਰਦਾ, ਜਿਹੜਾ ਨਾਮ ਜਪਦਾ, ਤੇ ਉਹ ਸਭ ਕੁਛ ਕਰਵਾ ਸਕਦਾ ਮਤਲਬ ਵੀ ਉਹ ਆਟੋਮੈਟਿਕਲੀ ਹੋ ਜਾਂਦਾ ਆ। ਮਤਲਬ ਵੀ ਉਹਨੂੰ ਬੇਨਤੀ ਕਰਨ ਦੀ ਵੀ ਨਹੀਂ ਲੋੜ। ਉਹ ਜਦੋਂ ਭਗਤ ਉਹ ਬਸ ਉਹਨੇ ਸੁਰਤ ਪਰਮਾਤਮਾ ਵਿੱਚ ਟਿਕਾਉਣੀ ਆ, ਉਹਨੇ ਰੱਬ ਦਾ ਨਾਮ ਜਪਣਾ, ਭਗਤੀ ਕਰਨੀ ਹੈ। ਹੁਣ ਕਹਿੰਦਾ ਬਿਸਮਿਲ ਗਊ ਦੇ ਜਵਾਬ ਵੀ ਗਾਂ ਜੀਂਦੀ ਕਰ, ਨਾਤਰ ਗਰਦਨ ਮਾਰੋ ਠਾਏ, ਵੀ ਨਹੀਂ ਤਾਂ ਤੈਨੂੰ ਵੀ ਇੱਥੇ ਹੀ ਮਾਰ ਦਿਆਂਗਾ। ਜ਼ੋਰ ਹੈ ਨਾ, ਹੁਣ ਰਾਜਾ ਆ ਉਹ, ਤੇ ਹੁਣ ਉਹਦਾ ਜ਼ੋਰ ਚੱਲ ਰਿਹਾ ਆ। ਤੇ ਹੁਣ ਇਹ ਹੁਣ ਦੇਖੋ ਕਰਾਮਾਤ ਵਰਤਣੀ ਹੈ। ਹੁਣ ਦੇਖੋ ਇੱਥੇ ਕੌਤਕ ਵਰਤਣਾ ਹੈ। ਅੱਗੇ ਕਿੱਦਾਂ ਕੌਤਕ ਵਰਤਦਾ ਆ। ਇਹ ਨਹੀਂ ਹੈ ਵੀ ਭਗਤ ਦੇਵ ਕਹਿੰਦਾ ਲਿਆ ਮੈਂ ਮਤਲਬ ਵੀ ਕਰ ਦਿੰਦਾ ਜਿੱਦਾਂ ਮੈਂ ਹੱਥ ਮਾਰਿਆ ਇੱਦਾਂ ਸ਼ਕਤੀ ਮਾਰਤੀ, ਇੱਦਾਂ ਨਹੀਂ। ਉਹ ਨਾਮ ਜਪਦਾ ਤੇ ਉਹ ਸ਼ਕਤੀ ਆਟੋਮੈਟਿਕਲੀ ਵਰਤਦੀ ਆ। ਇੱਥੇ ਗੱਲ ਫਿਰ ਉਹੀ ਆ। ਤੇ ਇੱਥੇ ਇਹ ਨਹੀਂ ਆ ਕਿ ਜਿੱਦਾਂ ਕਹਿੰਦੇ ਨਾ ਵੀ ਕਰਾਮਾਤ ਕਹਿਰ ਦਾ ਨਾਂ ਆ, ਵੀ ਕਰਾਮਾਤ ਜਿਹੜੀ ਆਪਾਂ ਸਿੱਖ ਧਰਮ 'ਚ ਨਹੀਂ ਆ। ਹਾਂ ਬਿਲਕੁਲ ਨਹੀਂ ਆ। ਕਿੱਦਾਂ ਨਹੀਂ ਆ ਵੀ ਜੇ ਤੂੰ ਕਹੋ ਮੈਂ ਦਿਖਾਉਣਾ, ਮੈਂ ਕਰਦਾ ਨਾ, ਫਿਰ ਜੇ ਤੂੰ ਕਰਦਾ ਫਿਰ ਕੁਛ ਨਹੀਂ ਆ, ਫਿਰ ਤੂੰ ਕੁਛ ਵੀ ਨਹੀਂ ਹੈਗਾ। ਹਾਂ ਪਰਮਾਤਮਾ ਸਭ ਕੁਛ ਕਰ ਸਕਦਾ, ਬਾਣੀ ਸਭ ਕੁਛ ਕਰ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਕੁਛ ਕਰ ਸਕਦੇ। ਜੇ ਤੇਰਾ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆ, ਬਾਣੀ ਵਿੱਚ ਆ, ਪਰਮਾਤਮਾ ਵਿੱਚ ਆ, ਰੱਬ ਵਿੱਚ ਆ, ਉਹ ਸਭ ਕੁਛ ਕਰ ਸਕਦਾ ਆ। ਪਰ ਤੂੰ ਨਹੀਂ। ਜੇ ਤੂੰ ਕਵੇਂ ਕਿ ਮੈਂ ਕਰ ਸਕਦਾ, ਜੇ ਉੱਥੇ ਕਰਾਮਾਤ ਮਤਲਬ ਵੀ ਆਪਣੀ ਸ਼ਕਤੀ ਦਿਖਾਉਣੀ, ਉਹ ਕਰਾਮਾਤ ਕਹਿਰ ਦਾ ਨਾ ਵੀ ਆਪਣੀ ਪਾਵਰ ਵੀ ਜਪ ਤਪ ਨਾਲ ਕਈ ਵਾਰ ਕਮਾਈ ਆ ਜਾਂਦੀ ਨਾ, ਵੀ ਆਪ ਕਹਿਣਾ ਵੀ ਮੈਂ ਕੁਛ ਹੈਗਾ ਆ, ਵੀ ਮੈਂ ਆਪਣੇ ਆਪ ਨੂੰ ਜਣਾਉਣਾ। ਉੱਥੇ ਉਹ ਨਿੱਜ ਸਰੂਪ ਦੀ ਸ਼ਕਤੀ ਦਿਖਾਉਣੀ, ਆਪਣੀ ਸ਼ਕਤੀ ਦਿਖਾਉਣੀ, ਉੱਥੇ ਗਲਤ ਹੋ ਜਾਂਦਾ ਬੰਦਾ, ਹੈ ਨਾ। ਹੁਣ ਕੀ ਦੇਖੋ ਤੁਸੀਂ, ਹੁਣ ਸ਼ਬਦ ਦੇਖੋ, ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਆ। ਦੇਖੋ ਕਿੱਡੀ ਵੱਡੀ ਗੱਲ ਆ ਇਹ। ਹੁਣ ਦੇਖੋ ਤੁਸੀਂ ਕਿ ਉਹ ਕਹਿੰਦਾ ਵੀ ਨਹੀਂ ਤੇ ਤੇਰੀ ਮੈਂ ਧੌਣ ਵੱਢ ਦੂੰਗਾ, ਭਾਵ ਕਿ ਤੈਨੂੰ ਨਾਦਰ ਗਰਦਨ ਮਾਰੋ ਠਾਏ, ਵੀ ਤੈਨੂੰ ਮੈਂ ਮਾਰ ਦਿਆਂਗਾ। ਫਿਰ ਦੇਖੋ ਨਾਮਦੇਵ ਜੀ ਕਿੱਦਾਂ ਭਗਤ, ਕਿੱਦਾਂ ਮਤਲਬ ਵੀ ਉਹਨਾਂ ਦੇ ਵਿੱਚ ਮੈਂ ਵਾਲੀ ਗੱਲ ਹੈ ਹੀ ਨਹੀਂ ਗੀ। ਪਰਮਾਤਮਾ ਉਹਨਾਂ ਨੂੰ ਦੇਖੋ ਕਿੱਦਾਂ ਨਿਵਾਜਦਾ ਆ, ਕਿੱਦਾਂ ਉਹਨਾਂ 'ਤੇ ਬਖਸ਼ਿਸ਼ਾਂ ਹੁੰਦੀਆਂ, ਵੀ ਉਹ ਆਪਣੇ ਅੰਦਰੋਂ ਇਹ ਗੱਲ ਕਹਿੰਦੇ ਹੀ ਨਹੀਂ ਹੈਗੇ ਕਿ ਮੈਂ ਮਤਲਬ ਵੀ ਮੈਂ ਕਰੂੰਗਾ। ਉਹ ਕਹਿੰਦਾ ਬਾਦਸ਼ਾਹ ਐਸੀ ਕਿਉਂ ਹੋਏ, ਇਹ ਬਾਦਸ਼ਾਹ ਇਹ ਗੱਲ ਕਿੱਦਾਂ ਹੋ ਸਕਦੀ ਹੈ ਕਿ ਇੱਕ ਮਰੀ ਹੋਈ ਗਾਂ ਕਿੱਦਾਂ ਜੀਂਦੀ ਹੋ ਸਕਦੀ। ਦੇਖ ਲਓ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਕੋਸ਼ਿਸ਼ ਕਰਦਾ, ਮੈਂ ਰੱਬ ਨੂੰ ਬੇਨਤੀ ਕਰਦਾ ਆ, ਮਾਰੇ ਕਰੂਗੇ ਬੇਨਤੀ ਨਾ, ਇੱਦਾਂ ਵੀ ਨਹੀਂ ਕਿਹਾ ਉਹਨਾਂ ਨੇ। ਉਹੋ ਹੀ ਮਤਲਬ ਵੀ ਉਹਨਾਂ ਨੇ ਆਪਣੇ 'ਤੇ ਗੱਲ ਲਈ ਨਹੀਂ ਕੋਈ, ਪਰ ਪਰਮਾਤਮਾ ਨੂੰ ਉਹਨਾਂ ਨੇ ਜਪਿਆ ਸੀ, ਜਪੀ ਸੀ, ਤਪੀ ਸੀ, ਰੱਬ ਨੇ ਉਹਦੀ ਰੱਖਿਆ ਕਰਨੀ ਸੀ। ਹੁਣ ਅੱਗੇ ਦੇਖੋ ਵੀ ਹੁਣ ਕਰਾਮਾਤ ਦੀ ਗੱਲ ਆਉਂਦੀ ਹੈ ਵੀ ਕੌਤਕ ਕਿੱਦਾਂ ਵਰਤਦਾ ਆ। ਹੁਣ ਇੱਥੇ ਧਿਆਨ ਵਾਲੀ ਦੇਣ ਵਾਲੀ ਗੱਲ ਹੈ ਵੀ ਕੌਤਕ ਤੇ ਕਰਾਮਾਤ ਕੀ ਆ ਤੇ ਕਿੱਦਾਂ ਵਰਤਦੀ ਆ। ਹੁਣ ਜਿਹੜੇ ਲੋਕ ਇੱਦਾਂ ਕਹਿੰਦੇ ਆ ਨਾ ਵੀ ਕਰਾਮਾਤ ਹੈ ਨਹੀਂ ਗੀ, ਕੌਤਕ ਕੋਈ ਹੁੰਦਾ ਨਹੀਂ ਆ, ਉਹ ਵਰਤਦਾ ਕਿੱਦਾਂ ਆ। ਜੇ ਬੰਦਾ ਕੋਈ ਕਵੇ ਨਾ, ਜੇ ਧਾਗੇ ਤਵੀਤ ਵਾਲੇ ਜਾਂ ਲੋਕੀ ਇੱਦਾਂ ਲਟਰਮ ਪਟਰਮ ਜਿਹੜੇ ਬੜੇ ਇੱਦਾਂ ਕਰਦੇ ਆ, ਜਿੱਦਾਂ ਜਿਹੜੇ ਆਪਣੇ ਜਿਹੜੇ ਹੈਗੇ ਆ ਈਸਾਈ ਧਰਮ ਦੇ ਵਿੱਚ, ਉਹ ਇੱਦਾਂ ਹੱਥ ਮਾਰਦਾ ਸ਼ਕਤੀ ਨਾਲ, ਮਤਲਬ ਕੋਈ ਜਪ ਤਪ ਨਹੀਂ, ਕੋਈ ਕਮਾਈ ਨਹੀਂ। ਚਾਹੇ ਤਾਂ ਇੱਦਾਂ ਹੋਵੇ ਵੀ ਉਹਨਾਂ ਦੀ ਕੋਈ ਆਪਣੀ ਜਪ ਤਪ, ਉਹਨਾਂ ਦੀ ਕੋਈ ਕਮਾਈ ਹੋਵੇ, ਤੇ ਬੰਦਾ ਉਹਨੂੰ ਬੰਦਾ ਫਿਰ ਰੱਬ ਵੱਲ ਜਦੋਂ ਪਰਮਾਤਮਾ ਫਿਰ ਆਪਣੇ ਆਪ ਵਰਤਦਾ, ਉਹ ਸ਼ਕਤੀਆਂ ਵਰਤਦੀਆਂ ਆ, ਫਿਰ ਉਹ ਹੋ ਸਕਦਾ। ਪਰ ਉਹ ਕੀ ਕਰਦੇ, ਉਹ ਆਪ ਸ਼ਕਤੀ ਮਾਰਦੇ, ਉੱਥੇ ਉਹ ਪਖੰਡ ਹੋ ਜਾਂਦਾ ਆ, ਉੱਥੇ ਉਹ ਪਖੰਡੀ ਗੱਲ ਹੋ ਜਾਂਦੀ ਹੈ, ਉੱਥੇ ਗਲਤ ਹੋ ਜਾਂਦੀ ਆ ਉਹ ਗੱਲ ਸਾਰੀ, ਹੈ ਨਾ। ਉੱਥੇ ਸਾਰਾ ਚੱਕਰ ਪੈਂਦਾ। ਹੁਣ ਦੇਖੋ, ਹੁਣ ਭਗਤ ਨਾਮਦੇਵ ਜੀ ਨੇ ਆਪਣੇ ਉੱਪਰ ਗੱਲ ਲਈ ਨਹੀਂ। ਉਹ ਕਹਿੰਦਾ ਬਿਸਮਿਲ ਕੀਆ ਨਾ ਜੀਵੈ ਕੋਏ, ਵੀ ਮਰਿਆ ਹੋਇਆ ਕਿੱਦਾਂ ਜੀ ਸਕਦਾ ਹੈ ਨਾ। ਵੀ ਭਗਤ ਨਾਮਦੇਵ ਜੀ ਕਹਿੰਦੇ ਵੀ ਬਾਦਸ਼ਾਹ ਐਸੀ ਕਿਉਂ ਹੋਏ, ਵੀ ਇੱਦਾਂ ਕਿੱਦਾਂ ਹੋ ਸਕਦਾ ਆ ਵੀ ਬਿਸਮਿਲ ਕੀਆ ਨਾ ਜੀਵੈ ਕੋਏ, ਵੀ ਜਿਹੜਾ ਬਾਦਸ਼ਾਹ ਜਿਹੀ ਗੱਲ ਕਿੱਦਾਂ ਹੋ ਸਕਦੀ ਹੈ। ਕਦੀ ਮੋਇਆ ਵੀ ਮੁੜ ਕੇ ਹੁੰਦਾ, ਜਿਹੜਾ ਮਰਿਆ ਜਿੰਦਾ ਹੋ ਸਕਦਾ ਆ। ਫਿਰ ਕਹਿੰਦਾ ਮੇਰਾ ਕੀਆ ਕਛੂ ਨਾ, ਹਾਂ ਕਹਿੰਦਾ ਵੀ ਮੇਰਾ ਕੀਆ ਨਹੀਂ ਕੁਛ ਹੋ ਸਕਦਾ, ਵੀ ਮੈਂ ਜੇ ਤੂੰ ਕਵੇਂ ਕਿ ਤੂੰ ਕਰ ਦੇ,
ਵੀ ਹਾਂ ਜਵਾ, ਤੇ ਮੈਂ ਕਹਾਂ ਨਹੀਂ ਮੈਂ ਕਰਨਾ ਅਰਦਾਸ, ਵੀ ਮੈਂ ਅਰਦਾਸ ਕਰਾਂ ਨਾ, ਅਰਦਾਸ ਵੀ ਨਹੀਂ ਕੀਤੀ। ਬਸ ਉਹਨਾਂ ਨੇ ਜਪਦੇ ਰਹੇ ਉੱਥੇ, ਓਟ ਆਸਰਾ ਪਰਮਾਤਮਾ ਮਹਾਰਾਜ ਤੂੰ ਕਰ ਸਕਦਾ, ਤੇਰੇ ਮਤਲਬ ਵੀ ਉਹਨਾਂ ਦੀ ਜਿਹੜੀ ਲੈਵਲ ਸੀ ਜਪ ਤਪ ਦਾ ਇੰਨਾ ਵੱਧ ਚੁੱਕਾ ਸੀ ਕਿ ਆਟੋਮੈਟਿਕਲੀ ਉਹ ਸ਼ਕਤੀਆਂ ਵਰਤਦੀਆਂ ਸੀਗੀਆਂ। ਹੁਣ ਕੀ ਆ ਹੁੰਦਾ ਆ ਵੀ ਮੇਰਾ ਕੀ ਆ ਕਛੂ ਨਾ ਹੋਏ, ਕਹਿੰਦਾ ਵੀ ਮੇਰਾ ਕੀ ਆ ਨਹੀਂ ਕੁਛ ਵੀ ਹੋਣਾ, ਕਰ ਹੈ ਰਾਮ ਹੋਏ ਹੈ ਸੋਏ, ਵੀ ਰਾਮ ਪਰਮਾਤਮਾ ਜੋ ਕਰ ਦਵੇ ਤੇ ਉਹ ਹੁੰਦਾ। ਹਾਂਜੀ, ਤੇ ਫਿਰ ਬਾਦਸ਼ਾਹ ਨੂੰ ਇੰਨੀ ਗੱਲ ਸੁਣ ਕੇ ਵੀ ਇਹ ਇਹਨੂੰ ਤੇ ਮੈਂ ਹੁਣ ਮੈਂ ਰਾਜਾ ਆ, ਇਹ ਇੱਕ ਛੋਟੀ ਜਾਤ ਦਾ ਬੰਦਾ ਆ, ਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਅੱਗੇ ਗੱਲ ਕਰਦਾ ਕਿ ਬਾਦਸ਼ਾਹ ਇੱਦਾਂ ਕਿੱਦਾਂ ਹੋ ਸਕਦੀ, ਤੇ ਉਹਨੂੰ ਹੰਕਾਰ ਆ ਜਾਂਦਾ। ਹੁਣ ਬਾਣੀ ਦੇ ਵਿੱਚ ਲਿਖਿਆ ਬਾਦਸ਼ਾਹ ਚੜਿਓ ਅਹੰਕਾਰ, ਬਾਦਸ਼ਾਹ ਨੂੰ ਹੰਕਾਰ ਚੜ੍ਹ ਜਾਂਦਾ। ਹਾਂਜੀ, ਗੱਜ ਹਸਤੀ ਦੀਨੋ ਚਮਕਾਰ। ਹੁਣ ਬਾਦਸ਼ਾਹ ਨੇ ਇਹ ਉੱਤਰ ਜਦੋਂ ਸੁਣਦਾ ਨਾ, ਉਹਦਾ ਨਾਮਦੇਵ ਜੀ ਦਾ ਸੁਣਦਾ, ਤੇ ਉਹਨੇ ਨਾ ਇੱਕ ਹਾਥੀ ਲੈਂਦਾ, ਬਟ ਉਹਨੂੰ ਜਿਹੜਾ ਹੈਗਾ ਆ ਨਸ਼ਾ ਕਰਾ ਕੇ ਤੇ ਉੱਤੇ ਛੱਡ ਦਿੰਦਾ ਨਾਮਦੇਵ ਜੀ ਦੇ ਉੱਤੇ ਹੈ। ਤੇ ਹੁਣ ਕੀ ਭਗਤ ਆਟੋਮੈਟਿਕਲੀ ਇਹ ਸਾਰਾ ਪਿੰਡ ਸਾਰਾ ਇਲਾਕਾ ਇਕੱਠਾ ਹੋਇਆ ਉੱਥੇ, ਤੇ ਮਾਤਾ ਭਗਤ ਨਾਮਦੇਵ ਜੀ ਦੇ ਮਾਤਾ ਜੀ ਜਿਹੜੇ ਸੀਗੇ ਉਹ ਵੀ ਉੱਥੇ ਸੀਗੇ। ਹੁਣ ਰੁਦਰ ਕਰੇ ਨਾਮੇ ਕੀ ਮਾਏ, ਰੁਦਰ ਨੂੰ ਰੋਂਦੀ ਹੈ, ਬਿਲਕਦੀ ਹੈ, ਤੇ ਉਹ ਕਹਿੰਦੀ ਹੈ ਵੀ ਛੋੜ ਰਾਮ ਕੀ ਨਾ ਭਜੈ ਖੁਦਾਏ। ਹੁਣ ਹੁਣ ਭਗਤ ਨਾਮਦੇਵ ਜੀ ਦੇ ਮਾਤਾ ਜੀ ਕਹਿੰਦੇ ਵੀ ਤੂੰ ਰਾਮ ਰਾਮ ਕਹਿਣਾ ਛੱਡ ਦੇ ਤੇ ਖੁਦਾਏ ਕਰਨ ਲੱਗ ਪਿਆ, ਫਿਰ ਅੱਲਾ ਅੱਲਾ ਕਰਨ ਲੱਗ ਪਿਆ। ਵੀ ਭਾਵ ਕਿ ਅਸਲ ਦੇ ਵਿੱਚ ਜਦੋਂ ਅਸੀਂ ਇਹ ਸਾਖੀ ਪੜ੍ਹਦੇ ਹਾਂ ਜਾਂ ਪਿੱਛੇ ਪਿਛੋਕੜ ਦੇਖਦੇ ਹਾਂ, ਤੇ ਉੱਥੋਂ ਇਹ ਪਤਾ ਲੱਗਦਾ ਆ ਕਿ ਅਸਲ ਦੇ ਵਿੱਚ ਉਹ ਨਾਮਦੇਵ ਜੀ ਦਾ ਧਰਮ ਪਰਿਵਰਤਨ ਵੀ ਕਰਨਾ ਚਾਹੁੰਦਾ ਸੀਗਾ ਉਹ ਬਾਦਸ਼ਾਹ, ਜਿਹੜਾ ਮੁਹੰਮਦ ਬਿਨ ਤੁਗਲਕ ਜਿਹੜਾ ਸੀਗਾ। ਤੇ ਉਹ ਕਿਉਂਕਿ ਉਹ ਉੱਤੇ ਜ਼ੋਰ ਪਾਉਣਾ ਚਾਹੁੰਦਾ ਸੀਗਾ, ਤੇ ਜ਼ੋਰ ਪਾ ਕੇ ਤੇ ਉਹ ਜੇ ਨਹੀਂ ਹੁੰਦਾ ਤੇ ਫਿਰ ਉਹਨਾਂ ਪਰ ਧਰਮ ਪਰਿਵਰਤਨ ਵਾਸਤੇ ਉਹਨੇ ਜ਼ੋਰ ਪਾਉਣਾ ਸੀ, ਪਰ ਉਹ ਭਗਤ ਸੀਗਾ, ਬੰਦਗੀ ਸੀ ਉਹਦੀ। ਤੇ ਫਿਰ ਤਾਂ ਕਰਕੇ ਮਾਤਾ ਕਹਿੰਦੀ ਹੈ ਕਿ ਛੋੜ ਰਾਮ ਕੀ ਨਾ ਭਜੈ ਖੁਦਾਏ, ਤੇ ਤੂੰ ਰਾਮ ਛੱਡ ਕੇ ਖੁਦਾ ਕਰਨ ਲੱਗ ਪਿਆ, ਤੈਨੂੰ ਕੀ ਫਰਕ ਪੈਂਦਾ। ਕਹਿੰਦਾ ਨਾ ਜ਼ੋਰ ਨਾ ਨਹੀਂ, ਉੱਦਾਂ ਭਗਤ ਨਾਮਦੇਵ ਜੀ ਵਿੱਚ ਜਿਹੜਾ ਹੈਗੇ ਆ ਲਫ਼ਜ਼ ਜਿਹੜੇ ਆ ਅੱਲਾ ਜਾਂ ਹੋਰ ਅਬਦਾਲੀ ਜਾਂ ਇੱਦਾਂ ਦੇ ਸ਼ਬਦ ਜਿਹੜੇ ਹੈਗੇ ਆ ਲਫ਼ਜ਼ ਜਿਹੜੇ ਮੁਸਲਿਮ ਮਜ਼ਹਬ ਵਿੱਚ ਆਉਂਦੇ ਆ, ਉਹ ਸ਼ਬਦ ਵੀ ਵਰਤਦੇ ਆ, ਪਰ ਇੱਥੇ ਜ਼ੋਰ ਤੇ ਜ਼ੁਲਮ ਵਾਲਾ ਹਿਸਾਬ ਹੈ। ਤੇ ਕਹਿੰਦਾ ਇੱਦਾਂ ਨਹੀਂ ਮੈਂ ਮੰਨਣਾ, ਵੀ ਇੱਦਾਂ ਨਹੀਂ, ਇਹ ਧੱਕਾ ਨਹੀਂ, ਧੱਕੇ ਵਾਲੀ ਗੱਲ ਨਹੀਂ, ਹੈ ਨਾ। ਫਿਰ ਮਹਾਰਾਜ ਭਗਤ ਨਾਮਦੇਵ ਜੀ ਆਪਣੀ ਮਾਤਾ ਨੂੰ ਕਹਿੰਦੇ ਆ ਵੀ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਵੀ ਮੈਂ ਤੇ ਤੇਰਾ ਬੱਚਾ ਹੀ ਨਹੀਂ ਹੈਗਾ। ਹੁਣ ਦੇਖੋ ਸਿੱਧੇ ਜੇ ਸਪਸ਼ਟ ਜਿਹੜੇ ਆ ਇਹਦੇ ਅਰਥ ਆ, ਹੈ ਨਾ ਜੀ। ਤੇ ਹੁਣ ਤੁਸੀਂ ਸਪਸ਼ਟ ਇਹਦੇ ਅਰਥ ਆ, ਇਹਦੇ ਵਿੱਚ ਕੋਈ ਲੁਕੋ ਨਹੀਂ ਹੈਗਾ। ਤੇ ਇਹਦੇ ਵਿੱਚ ਦੇਖੋ ਹੁਣ ਕਰਾਮਾਤ ਕਿੱਦਾਂ ਵਰਤਦੀ ਹੈ। ਹੁਣ ਪਿੰਡ ਪੜੈ ਤੋਂ ਹਰ ਗੁਣ ਗਾਏ, ਵੀ ਮੈਂ ਮੇਰੇ ਭਾਵਾਂ ਵੱਜਣ ਪੈਣ, ਮੈਨੂੰ ਹਾਥੀ ਅੱਗੇ ਸੁੱਟ ਦਿਓ, ਭਾਵੇਂ ਮੈਨੂੰ ਕੁੱਟੋ ਮਾਰੋ, ਵੀ ਮੈਂ ਤਾਂ ਵੀ ਰੱਬ ਦਾ ਨਾਂ ਹੀ ਜਪਣਾ। ਹੁਣ ਕਰੇ ਗਜਿੰਦ ਸੁੰਡ ਕੀ ਚੋਟ, ਹੁਣ ਗਜਿੰਦ ਹਾਥੀ ਆ ਉਹ, ਹੈ ਨਾ, ਗਜਿੰਦ ਹਾਥੀ ਨੂੰ ਕਹਿੰਦੇ ਆ। ਤੇ ਉਹ ਕੀ ਹੈ, ਸੁੰਡ ਕੀ ਚੋਟ, ਉਹ ਮਾਰਨ ਦੀ ਕੋਸ਼ਿਸ਼ ਕਰਦਾ ਆ ਹਾਥੀ। ਨਾਮਾ ਉਭਰੇ ਹਰ ਕੀ ਓਟ, ਵੀ ਨਾਮਦੇਵ ਹੁਣ ਬੰਦਗੀ ਕਰਦਾ ਸੀ ਤਾਂ ਵੀ ਨਾ ਰੱਬ ਕਰੀ ਜਾਂਦਾ ਸੀਗਾ, ਹੈ ਨਾ। ਤੇ ਉਹ ਫਿਰ ਬਚ ਕੇ ਨਿਕਲ ਜਾਂਦਾ, ਬਚ ਜਾਂਦਾ ਸੀ, ਹਰ ਵਾਰ ਬਚ ਜਾਂਦਾ ਸੀਗਾ। ਹੁਣ ਕਾਜੀ ਮੁੱਲਾ ਕਰੇ ਸਾਹਮਣੇ ਜਦੋਂ ਉਹ ਬਚ ਜਾਂਦਾ ਸੀਗਾ, ਤੇ ਨਾ ਉਹ ਜਿਹੜਾ ਸਾਰਾ ਵਰਤਾਰਾ ਵਰਤ ਰਿਹਾ ਸੀਗਾ, ਸਾਹਮਣੇ ਜੋ ਗੱਲ ਹੋ ਰਹੀ ਸੀਗੀ, ਤੇ ਉਹ ਦੇਖਦਾ ਆ ਵੀ ਇਹਦੇ ਬਚੀ ਜਾਂਦਾ ਆ। ਤੇ ਉਹ ਕਹਿੰਦਾ ਵੀ ਮੈਨੂੰ ਕਾਜੀ ਮੁੱਲਾ ਕਰੇ ਸਲਾਮ। ਹੁਣ ਬਾਦਸ਼ਾਹ ਦੇ ਮਨ ਵਿੱਚ ਆਉਂਦੀ, ਤੇ ਮੈਨੂੰ ਤੇ ਕਾਜੀ ਮੁੱਲਾ ਜਿਹੜਾ ਸਾਰੇ ਸਲਾਮ ਕਰਦੇ ਆ, ਸਾਰਾ ਮੁਸਲਮਾਨ ਭਾਈਚਾਰਾ ਜਿਹੜਾ ਮੈਨੂੰ ਤੇ ਸਿਰ ਨਿਭਾਉਂਦੇ ਆ, ਤੇ ਮੈਂ ਇਹਨ ਹਿੰਦੂ ਮੇਰਾ ਮਲਿਆ ਮਾਨ, ਵੀ ਇਹਨੇ ਤੇ ਮੇਰਾ ਮਾਨ, ਮੇਰੀ ਮਾਨ ਮਰਿਆਦਾ ਲੋਕਾਂ ਦੀ ਜਿਹੜੀ ਮੇਰੀ ਪ੍ਰਤਿਸ਼ਠਾ ਹੈਗੀ ਆ ਉਹਨੂੰ ਡਾਊਨ ਕਰਤੀ, ਘੱਟ ਕਰਤੀ। ਸਾਰੇ ਲੋਕ ਇਹਨੂੰ ਦੇਖਣ ਲੱਗ ਪਏ, ਬਚੀ ਜਾਂਦਾ ਆ, ਬਚ ਜਾਂਦਾ। ਉਹ ਹਾਥੀ ਜਦੋਂ ਮਾਰਦਾ ਉਹ ਫਿਰ ਬਚ ਕੇ ਨਿਕਲ ਜਾਂਦਾ, ਭਾਵ ਕਿ ਉਹਦਾ ਬਚਾਅ ਪਰਮਾਤਮਾ ਕਰੀ ਜਾਂਦਾ। ਹੁਣ ਅੱਗੇ ਪਰਮਾਤਮਾ ਆਉਣਾ ਹੈ, ਸ਼ਬਦ ਪੂਰਾ ਸੁਣਿਓ ਤੁਸੀਂ, ਅੱਗੇ ਦੇਖੋ, ਧਿਆਨ ਨਾਲ ਸੁਣੋ ਸ਼ਬਦ ਨੂੰ। ਬਹੁਤ ਜ਼ਿਆਦਾ ਇਹਦੇ ਵਿੱਚ ਕਰਾਮਾਤ, ਵੱਡੀ ਕਰਾਮਾਤ ਆ, ਬਹੁਤ ਵੱਡੀ ਜਿਹੜੀ ਕਰਾਮਾਤ ਇਸ ਸ਼ਬਦ ਦੇ ਵਿੱਚ ਹੈਗੀ ਆ, ਜਿਹੜੀ ਵਰਤਦੀ ਆ, ਕੌਤਕ ਜਿਹੜਾ ਆ ਉਹ ਵਰਤਦਾ ਆ। ਹੁਣ ਸ਼ਰੇਆਮ ਇਹ ਕੌਤਕ ਤੇ ਕਰਾਮਾਤ ਵਰਤਦੀ ਆ। ਹੁਣ ਤੁਸੀਂ ਇਹਨੂੰ ਦੇਖੋ ਧਿਆਨ ਦੇ ਨਾਲ ਵੀ ਤੇ ਉਹਨਾਂ ਨੇ ਉਹ ਜਿਹੜਾ ਬਾਦਸ਼ਾਹ ਕਹਿੰਦਾ ਇਹਨੂੰ ਹਿੰਦੂ ਮੇਰਾ ਮਲਿਆ ਮਾਨ, ਵੀ ਇਹ ਮੈਨੂੰ ਸਾਰੇ ਸਲਾਮ ਕਰਦੇ, ਤੇ ਇਹਨੇ ਮੇਰਾ ਸਾਰਾ ਮਾਨ ਜਿਹੜਾ ਹੈ, ਮੇਰੀ ਪ੍ਰਤਿਸ਼ਠਾ ਉਹਨੂੰ ਡਾਊਨ ਕਰਤਾ, ਮੇਰਾ ਹੰਕਾਰ ਤੋੜਤਾ ਉਹਨੇ ਗਾ। ਹੁਣ ਬਾਦਸ਼ਾਹ ਬੇਨਤੀ ਸੁਣੇ, ਹੁਣ ਉਹਦੇ ਕੋਲ ਬਾਦਸ਼ਾਹ ਦੇ ਕੋਲ ਕੋਈ ਹਿੰਦੂ ਜਿਹੜੇ ਆਗੂ ਜਿਹੜੇ ਹੈਗੇ ਆ ਉਹ ਚੱਲ ਕੇ ਆਉਂਦੇ ਆ, ਤੇ ਉਹਨੂੰ ਬੇਨਤੀ ਕਰਦੇ, ਉਹਨੂੰ ਕਹਿੰਦੇ ਆ ਵੀ ਨਾਮੇ ਸਰ ਪਰ ਸੋਨਾ ਲਿਓ, ਵੀ ਉਹਨੂੰ ਕਹਿੰਦੇ ਵੀ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਨਾਮਦੇਵ ਨੂੰ ਛੁਡਾ ਲੈਂਦੇ ਹਾਂ, ਵੀ ਆਪਾਂ ਇੱਦਾਂ ਕਰਦੇ ਹਾਂ ਵੀ ਜਿੰਨਾ
ਭਾਰ ਆ ਨਾਮਦੇਵ ਜੀ ਦਾ, ਤੇ ਉਹ ਉਨਾ ਅਸੀਂ ਸੋਨਾ ਦੇ ਦਿੰਦੇ ਹਾਂ। ਦੇਖੋ ਵੀ ਭਗਤਾਂ ਦੀ ਇੱਕ ਇੱਦਾਂ ਵੀ ਵਰਤ ਸਕਦੀ ਸੀ ਕਲਾ। ਦੇਖੋ ਹੁਣ ਦੋ ਚੀਜ਼ਾਂ ਨੇ ਇੱਥੇ। ਹੁਣ ਦੋ ਚੀਜ਼ਾਂ ਇਹ ਆ ਕਿ ਇੱਕ ਥਾਂ ਹੁਣ ਇੱਦਾਂ ਵੀ ਛੱਡਿਆ ਜਾ ਸਕਦਾ ਵੀ ਸੋਨਾ ਦੇ ਕੇ ਇੱਕ ਪਰ ਦੁਨਿਆਵੀ ਤੌਰ 'ਤੇ ਵੀ, ਜਿੱਦਾਂ ਆਪਾਂ ਕਹਿ ਰਹੀਏ ਵੀ ਯਾਰ ਆਪਾਂ ਕਈ ਵਾਰੀ ਕਿਸੇ ਨੂੰ ਫਾਂਸੀ ਹੋ ਜਾਂਦੀ ਹੈ ਦੂਸਰੇ ਦੇਸ਼ ਵਿੱਚ, ਕੁਝ ਕਿਸੇ ਕੋਲ ਗਲਤ ਹੋ ਜਾਂਦਾ ਆ ਅਤੇ ਉਹਨੂੰ ਆਪਾਂ ਲੋਕ ਪੈਸਾ ਦਿੰਦੇ ਆ, ਚਲੋ ਫੇਸਬੁੱਕਾਂ 'ਤੇ ਉਹਦੀ ਮਦਦ ਕਰ ਦਿੰਦੇ ਅਤੇ ਉਹ ਛੁੱਟ ਜਾਂਦਾ, ਇੱਦਾਂ ਵੀ ਹੋ ਜਾਂਦੀ ਨਾ। ਅਤੇ ਇਹ ਵੀ ਇੱਕ ਕਰਾਮਾਤ ਮੰਨੀ ਜਾਂਦੀ ਹੈ ਆਮ ਤੌਰ 'ਤੇ ਵੀ ਚਲੋ ਲੋਕਾਂ ਨੇ ਬਚਾ ਲਿਆ ਜਾਂ ਕਿੱਦਾਂ ਨਾ। ਹੁਣ ਇੱਥੇ ਦੇਖੋ, ਹੁਣ ਇੱਥੇ ਬੜੀ ਧਿਆਨ ਦੇ ਨਾਲ ਗੱਲ ਸੋਚਣ ਵਾਲੀ ਹੈ। ਇੱਥੇ ਹੁਣ ਇੱਥੇ ਇਹ ਨਹੀਂ ਆ ਕਿ ਉਹ ਪੈਸੇ ਨਾਲ ਬਚਦਾ ਨਾ। ਹੁਣ ਇੱਥੇ ਰੱਬ ਆਊਗਾ, ਪਰਮਾਤਮਾ ਆਊਗਾ, ਜਿਹੜੀ ਅਦ੍ਰਿਸ਼ਟ ਸ਼ਕਤੀ ਆ ਉਹ ਆਊਗੀ ਬਚਾਉਣ। ਅੱਗੇ ਦੇਖੋ ਹੁਣ ਧਿਆਨ ਨਾਲ ਸੁਣਨ ਵਾਲਾ ਇਹ ਸ਼ਬਦ ਇੱਦਾਂ, ਮਤਲਬ ਵੀ ਜਿਹੜੇ ਮੈਂ ਹੈਰਾਨ ਆ ਉਹ ਬੰਦਿਆਂ 'ਤੇ ਜਿਹੜੇ ਕਹਿੰਦੇ ਆ ਕਿ ਕਰਾਮਾਤ ਜਾਂ ਕੌਤਕ ਹੁੰਦਾ ਨਹੀਂ, ਵਰਤਦਾ ਨਹੀਂ, ਸ਼ਕਤੀ ਹੈ ਨਹੀਂ। ਫਿਰ ਅਰਦਾਸ ਵੀ ਇੱਕ ਸ਼ਕਤੀ ਆ। ਅਰਦਾਸ ਜਿਹੜੀ ਉਹ ਅਸੀਂ ਕਿਸੇ ਅਦ੍ਰਿਸ਼ਟ ਸ਼ਕਤੀ ਅੱਗੇ ਕਰਦੇ ਹਾਂ ਅਤੇ ਉਹ ਸਾਨੂੰ ਉਹਦਾ ਰਿਟਰਨ ਮਿਲਦਾ, ਉਹ ਵੀ ਇੱਕ ਕਰਾਮਾਤ ਆ। ਸੋ ਉਹ ਬਾਅਦ ਉਹ ਵੀ ਆਪਾਂ ਵੱਖਰੀ ਦੇਖਾਂਗੇ ਗੱਲ। ਹੁਣ ਆਹ ਦੇਖੋ, ਹੁਣ ਇੱਥੇ ਉਹ ਜਦੋਂ ਆਗੂ ਆਉਂਦੇ ਉਹ ਕਹਿੰਦੇ ਨਾਮਦੇਵ ਜੀ ਦੇ ਲਈ ਆਉਂਦੇ ਆ ਅਤੇ ਉਹ ਬਾਦਸ਼ਾਹ ਨੂੰ ਕਹਿੰਦੇ ਵੀ ਅਸੀਂ ਤੈਨੂੰ ਸੋਨਾ ਦੇ ਦਿੰਦੇ ਹਾਂ, ਨਾਮਦੇਵ ਜੀ ਦੇ ਭਾਰ ਦੇ ਬਰਾਬਰ ਤੋਲ ਕੇ ਇਹਨੂੰ ਛੱਡ ਦੇ। ਪਰ ਉਹ ਕਹਿੰਦਾ ਮਾਲ ਲਿਓ ਤੋਂ ਦੁਜਕ ਜਾਓ। ਕਹਿੰਦਾ ਜੇਕਰ ਮੈਂ ਦੌਲਤ ਲੈ ਲੈਂਦਾ ਆ ਤਾਂ ਮੈਂ ਨਰਕ ਵਿੱਚ ਪਾਊਂਗਾ। ਬਾਦਸ਼ਾਹ ਜਿਹੜਾ ਉਹ ਇੱਦਾਂ ਕਹਿੰਦਾ ਆ। ਹੁਣ ਦੀਨ ਛੋੜ ਦੁਨੀਆ ਕੋ ਭਰੋ। ਹੁਣ ਕਹਿੰਦਾ ਜੇ ਮੈਂ ਕੀ ਕਹਿੰਦਾ, ਜੇ ਮੈਂ ਵੱਡੀ ਲੈ ਲੈਂਦਾ ਤਾਂ ਮੈਂ ਦੋਜਕ ਵਿੱਚ ਪੈਂਦਾ ਹੈ। ਕਿਉਂ? ਕਹਿੰਦਾ ਵੀ ਮੇਰਾ ਮਜ਼ਹਬ ਛੱਡ ਕੇ ਫਿਰ ਮੇਰਾ ਤੇ ਦੌਲਤ ਇਕੱਠੀ ਕਰਨ ਵੱਲ ਮੇਰਾ ਧਿਆਨ ਹੋ ਗਿਆ, ਭਾਵ ਕਿ ਫਿਰ ਮੈਂ ਆਪਣੇ ਮਜ਼ਹਬ ਤੋਂ ਪਰੇ ਹੁੰਨਾ, ਭਾਵ ਕਿ ਮਜ਼ਹਬ ਮੇਰਾ ਕਮਾਇਆ ਨਹੀਂ ਜਾਂਦਾ, ਉਹ ਇੱਦਾਂ ਸਮਝਦਾ ਆ। ਅਤੇ ਪਾਵੋਂ ਬੇੜੀ ਹੱਥੋਂ ਤਾਲ। ਹੁਣ ਕੀ ਆ ਕਿ ਭਗਤ ਨਾਮਦੇਵ ਜੀ ਨੂੰ ਬੰਨਿਆ ਹੁੰਦਾ ਆ, ਪੈਰਾਂ 'ਚ ਬੇੜੀਆਂ ਪਾਈਆਂ ਹੁੰਦੀਆਂ। ਹੁਣ ਪਾਵ ਉਹ ਬੇੜੀ ਹੱਥੋਂ ਤਾਲ, ਹੱਥ ਵਿੱਚ ਖੜਤਾਲਾਂ ਫੜੀਆਂ ਹੁੰਦੀਆਂ ਅਤੇ ਨਾਮਾ ਗਾਵੇ ਗੁਣਗੋਪਾਲ। ਵੀ ਹਾਲੇ ਵੀ ਉਹ ਨਾਮਦੇਵ ਰੱਬ ਦੇ ਰੰਗ ਦੇ ਵਿੱਚ, ਉਸ ਪਰਮਾਤਮਾ ਦੀ ਇਬਾਦਤ ਦੇ ਵਿੱਚ ਪੂਰਾ ਜਿਹੜਾ ਆ ਉਹ ਲੀਨ ਰਹਿੰਦਾ ਆ। ਉਹ ਪੂਰਾ ਉਹ ਹਾਲੇ ਵੀ ਬੰਦਗੀ ਕਰੀ ਜਾਂਦਾ ਆ। ਹੁਣ ਉਹ ਕਹਿੰਦਾ, ਹੁਣ ਫਿਰ ਕਹਿੰਦਾ ਗੰਗ ਜਮਨ ਜੋ ਉਲਟੀ ਬਹਿ। ਭਗਤ ਨਾਮਦੇਵ ਜੀ ਕਹਿੰਦੇ ਆ, ਕਹਿੰਦਾ ਜੇ ਗੰਗਾ ਅਤੇ ਜਮਨਾ ਜਿਹੜੀ ਆ ਦੂਜੇ ਪਾਸੇ ਨੂੰ ਵਹਿਣ ਲੱਗ ਜੇ, ਭਾਵ ਕਿ ਉਲਟੀ ਵਹਿਣ ਲੱਗ ਜੇ, ਤਾਂ ਉਹ ਨਾਮਾ ਹਰ ਕਰਤਾ ਰਹੇ। ਵੀ ਨਾਮਦੇਵ ਜੀ ਹੈ ਤਾਂ ਵੀ ਰੱਬ ਰੱਬ ਕਰੂਗਾ। ਹਾਂਜੀ, ਫੇਰ ਕੀ ਹੁੰਦਾ? ਹੁਣ ਦੇਖੋ ਇੱਥੇ ਹੁਣ ਕਰਾਮਾਤ ਜਿਹੜੀ ਹੈ ਵਰਤਣ ਲੱਗੀ ਹੈ। ਇੱਥੇ ਹੁਣ ਜਿਹੜੀ ਹੈਗੀ ਆ ਕਰਾਮਾਤ ਵਰਤਦੀ ਆ, ਕੌਤਕ ਵਰਤਦਾ ਹੈ। ਇਹ ਸੁਣ ਲਓ ਹੁਣ, ਇਹਨੂੰ ਹੁਣ ਇਹ ਸ਼ਬਦ ਨੂੰ ਚੇਤੇ ਰੱਖਿਓ। 1165 ਤੋਂ ਲੈ ਕੇ 1166 ਤੱਕ ਇਹ ਸ਼ਬਦ ਹੈ। ਭੈਰੋ ਰਾਗ ਦੇ ਵਿੱਚ ਹੈ, ਭਗਤ ਨਾਮਦੇਵ ਜੀ ਦਾ ਸ਼ਬਦ ਆ। ਅਤੇ 3 ਟੀਕੇ ਆ, ਤੁਸੀਂ ਵਿਆਖਿਆ ਪੜ੍ਹ ਲਓ। ਅਤੇ ਨਾਲੇ ਵਿਆਖਿਆ ਕੀ ਹੈ, ਅਤੇ ਸਿੱਧੇ ਪੰਜਾਬੀ ਦੇ ਵਿੱਚ ਜਿਹੜੀ ਗੁਰਮੁਖੀ ਭਾਸ਼ਾ ਜਿਹੜੀ ਹੈਗੀ ਆ, ਉਹਦੇ ਵਿੱਚ ਜਿਹੜੀ ਬਾਣੀ ਹੈਗੀ ਆ, ਉਹ ਆਮ ਜਿਹੜੇ ਥੋੜ੍ਹਾ ਜਿਹੇ ਨੌਲੇਜ ਰੱਖਦਾ ਉਹਨੂੰ ਸਮਝ ਆਉਂਦੀ ਆ ਇਹ ਗੱਲ। ਹੁਣ ਜਦੋਂ 7 ਘੜੀ ਜਦ ਬੀਤੀ ਆਈ, ਬੀਤ ਜਾਂਦੀ 7 ਘੜੀਆਂ ਜਦੋਂ ਨਿਕਲ ਜਾਂਦੀਆਂ, ਹੁਣ ਕਿੰਨੇ ਨਿਕਲ ਗਈਆਂ 7 ਘੜੀਆਂ। ਅਤੇ ਫਿਰ ਉਹ ਭਗਤ ਨਾਮ ਕਹਿੰਦਾ ਅਜੇ ਨਾ ਆਇਓ ਤੇਰੇ ਭਵਨ ਧਣੀ। ਹਾਂਜੀ, ਫਿਰ ਮਤਲਬ ਵੀ ਹਾਲੇ ਪਰਮਾਤਮਾ ਜਿਹੜਾ ਆਉਂਦਾ ਨਹੀਂ, ਅਤੇ ਉਹ ਜਿਹੜਾ ਕੀ ਹੈਗਾ ਆ, ਅਤੇ 7 ਘੜੀਆਂ ਜਿਹੜੀਆਂ ਬੀਤ ਜਾਂਦੀਆਂ ਆ ਕਿ ਵੀ ਭਗਤ ਨਾਮਦੇਵ ਜੀ ਸੋਚਦਾ ਕਿ ਹਜੇ ਤੱਕ ਤਰਲੋਕੀ ਦਾ ਮਾਲਕ ਆਇਆ ਹੀ ਨਹੀਂ। ਵੀ ਉਹ ਪਰਮਾਤਮਾ ਜਪਦਾ ਆ, ਅਤੇ ਉਹਦੀ ਜਿਹੜੀ ਸੁਰਤ ਜਿਹੜੀ ਉੱਧਰ ਲੱਗੀ ਹੁੰਦੀ ਆ, ਹੈ ਨਾ। ਅਤੇ ਕੀ ਹੁੰਦਾ ਫਿਰ ਹੁਣ ਅਚਾਨਕ ਕੀ ਹੁੰਦਾ? ਹੁਣ ਇੱਥੇ ਕੌਤਕ ਵਰਤਣ ਲੱਗਾ। ਹੁਣ ਇੱਥੇ ਤੁਸੀਂ ਦੇਖੋ ਕਿ ਇੱਥੇ ਜਿਹੜੀ ਹੈਗੀ ਆ ਉਹ ਕਰਾਮਾਤ ਵਰਤਣ ਲੱਗੀ। ਜਿਹੜੀ ਕਰਾਮਾਤ ਹੁਣ ਵਰਤਣੀ ਹੈ ਇੱਥੇ, ਹੁਣ ਉਹਨੂੰ ਸੁਣੋ ਧਿਆਨ ਦੇ ਨਾਲ। ਹੁਣ ਪਖੰਤਨ ਬਾਜ ਬਜਾਏ ਲਾ। ਹੁਣ ਦੇਖੋ, ਹੁਣ ਪਖੰਤਨ ਖੰਭਾਂ ਦਾ ਵਾਜਾ, ਭਾਵ ਕਿ ਖੰਭਾਂ ਦਾ ਖੜਾਕ ਹੁੰਦਾ, ਗਰੜ, ਹੈ ਨਾ। ਹੁਣ ਜਿਹੜਾ ਜਿਹੜਾ ਖੰਭ ਜਿਹੜੇ ਫੜਫੜਾਉਣ ਦੀ ਆਵਾਜ਼ ਆਉਂਦੀ ਹੈ। ਹੁਣ ਗਰੜ ਚੜ੍ਹੇ ਗੋਬਿੰਦ ਆਇਲ ਆ ਗਿਆ। ਹੁਣ ਰੱਬ, ਇਹ ਆ ਪਰਮਾਤਮਾ ਆ ਗਿਆ। ਹੁਣ ਇੱਥੇ ਦੱਸੋ ਕੀ ਕਰੋਗੇ? ਇਹ ਹੁਣ ਸ਼ਰੇਆਮ ਜਿਹੜੀ ਹੈ ਕੌਤਕ ਅਤੇ ਕਰਾਮਾਤ ਵਰਤੀ ਹੈ। ਹੁਣ ਦੇਖੋ ਇਹ ਬਾਣੀ ਆ। ਹੁਣ ਗਰੜ ਚੜ੍ਹੇ, ਹੁਣ ਕੀ ਹੈ? ਵਿਸ਼ਨੂੰ ਭਗਵਾਨ, ਭਾਵ ਕਿ ਪਰਮਾਤਮਾ ਦੀ ਉਹ ਸ਼ਕਤੀ, ਅਦ੍ਰਿਸ਼ ਸ਼ਕਤੀ ਜਿਹੜੀ ਆ ਆਉਂਦੀ ਹੈ। ਭਾਵ ਵੀ ਉਹ ਜਿਹੜੀ ਜਦੋਂ ਗਰੜ 'ਤੇ ਚੜ੍ਹ ਕੇ ਭਗਵਾਨ ਆਉਂਦਾ ਆ, ਜਦੋਂ ਆ ਕੇ ਅਤੇ ਉੱਥੇ ਭਗਤ ਨਾਮਦੇਵ ਜੀ ਜਿੱਥੇ ਬੰਦੀ ਬਣਾਏ ਹੁੰਦੇ ਆ ਉੱਥੇ ਆ ਜਾਂਦਾ। ਹੁਣ ਆਪਣੇ ਭਗਤ ਪਰ ਕੀ ਪ੍ਰਤਪਾਲ, ਆਪਣੇ ਭਗਤ ਪਰ ਕੀ ਪ੍ਰਤਪਾਲ। ਹੁਣ ਜਗਤ ਦੇ ਜਿਹੜੇ ਪਾਲਣਹਾਰ ਵਾਹਿਗੁਰੂ ਆਪਣੇ ਸਾਧੂ 'ਤੇ ਰਹਿਮਤ ਕੀਤੀ, ਉਹਨੇ ਉੱਥੇ ਆ ਗਏ, ਪਹੁੰਚ ਗਏ ਨਾ ਉੱਥੇ। ਹੁਣ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਨਹੀਂ ਇਹ ਤਾਂ ਉੱਦਾਂ ਹੀ ਆ ਜੀ, ਇਹ ਤਾਂ ਮਿਥਿਹਾਸ ਹੈ ਜੀ, ਇਹ ਤਾਂ ਉੱਦਾਂ ਨਾ, ਬਿਲਕੁਲ ਨਹੀਂ ਜੀ। ਇਹ ਸੱਚ ਆ,
ਇਹ ਬਾਣੀ ਆ, ਇਹ ਰੱਬ ਆ, ਇਹ ਪ੍ਰਮਾਤਮਾ ਆ, ਇਹ ਦ੍ਰਿਸ਼ਟ ਸ਼ਕਤੀ ਆ। ਜਦੋਂ ਤੁਸੀਂ ਅਸੀਮ ਸ਼ਕਤੀ ਦੀ ਅਸੀਮ ਭਗਤੀ ਕਰਦੇ ਹੋ, ਭਗਤੀ ਵਿੱਚ ਲੀਨ ਹੋ ਜਾਂਦੇ ਹੋ, ਅਤੇ ਇਹ ਸ਼ਕਤੀਆਂ ਜਿਹੜੀਆਂ ਕੌਤਕ ਇਹ ਵਰਤਦੇ ਆ। ਅਤੇ ਅਸੀਂ ਇੱਦਾਂ ਦੀਆਂ ਵੀਡੀਓ ਜਿਹੜੀਆਂ ਕਰਾਮਾਤ ਅਤੇ ਸਿਰਫ ਕੌਤਕ ਦੇ ਉੱਤੇ ਹੋਣਗੀਆਂ, ਜਿੰਨੀਆਂ ਵੱਧ ਤੋਂ ਵੱਧ ਹੋਈਆਂ ਗੁਰੂ ਸਾਹਿਬ ਕਿਰਪਾ ਕਰਨ, ਜਿੰਨੇ ਵੀ ਜੀਵਨ ਦੇ ਵਿੱਚ ਕਿ ਆਮ ਜਿਹੜੇ ਹੁਣ ਤੱਕ ਜਿਹੜੇ ਆਮ ਜਿਹੜੇ ਜੀਵਨ ਆ, ਕਈ ਗੁਰਸਿੱਖਾਂ ਦੇ ਜੀਵਨ 'ਚ ਵੀ ਕਈ ਘਟਨਾਵਾਂ ਬਹੁਤ ਘਟੀਆਂ, ਉਹ ਵੀ ਆਪਾਂ ਪਾਵਾਂਗੇ। ਪਰ ਜ਼ਿਆਦਾਤਰ ਅਸੀਂ ਬਾਣੀ ਦੀ ਜਿਹੜੀ ਬਾਣੀ ਵਿੱਚੋਂ ਪ੍ਰਮਾਣ ਜਾਂ ਦਲੀਲ ਜ਼ਿਆਦਾ ਉਹ ਤਾਂ ਲੈਂਦੇ ਹਾਂ, ਕਿਉਂਕਿ ਕਈ ਵਾਰੀ ਕਈਆਂ ਨੂੰ ਇੱਦਾਂ ਲੱਗਦਾ ਇਹ ਤਾਂ ਉੱਦਾਂ ਹੀ ਵੀ ਮਨ ਘੜਤ ਆਪਣੀਆਂ ਸੁਣਾਈ ਜਾਂਦਾ, ਆਪਣੀਆਂ ਜੱਬੜੀਆਂ ਮਾਰੀ ਜਾਂਦਾ। ਹੁਣ ਬਾਣੀ ਨੂੰ ਕੋਈ ਚੈਲੰਜ ਤਾਂ ਨਹੀਂ ਨਾ ਕਰ ਸਕਦਾ, ਬਾਣੀ ਨੂੰ ਕਹਿ ਤਾਂ ਨਹੀਂ ਨਾ ਕੋਈ ਸਕਦਾ ਵੀ ਨਹੀਂ ਇਹ ਤਾਂ ਝੂਠੀ ਗੱਲ ਹੈ ਜੀ, ਇਹ ਤਾਂ ਗੱਲ ਹੀ ਹੈ ਨਹੀਂ। ਹਾਂਜੀ, ਹੁਣ ਇਹ ਤਾਂ ਹੁੰਦਾ। ਹੁਣ ਕਹਿੰਦਾ ਹੁਣ ਕੀ ਹੈ, ਗਰੜ ਚੜੇ ਆਏ ਗੋਪਾਲ, ਹੁਣ ਆ ਗਿਆ ਨਾ ਪ੍ਰਮਾਤਮਾ, ਇਹ ਰੱਬ ਆ ਗਿਆ ਜੀ ਇੱਥੇ। ਹੁਣ ਇੱਥੇ ਕਰਾਮਾਤ ਵਰਤ ਗਈ। ਹੁਣ ਕੀ ਕਹਿੰਦਾ ਹੈ ਰੱਬ, ਦੇਖੋ, ਕਹਿ ਤਾਂ ਧਰਨ ਅਕੋਡੀ ਕਰੋ, ਕਹਿੰਦਾ ਜੇਕਰ ਤੂੰ ਆਖੇ ਮੈਂ ਧਰਤੀ ਟੇਢੀ ਕਰ ਦਿਆਂ। ਇਹ ਭਗਤ ਨਾਮਦੇਵ ਜੀ ਨੂੰ ਪ੍ਰਮਾਤਮਾ ਜਿਹੜਾ ਹੈ ਉਹ ਕਹਿ ਰਿਹਾ, ਵਾਹਿਗੁਰੂ ਪ੍ਰਮਾਤਮਾ ਜਿਹੜਾ ਆ ਉਹ ਭਗਤ ਨਾਮਦੇਵ ਨੂੰ ਕਹਿ ਰਿਹਾ, ਕਹੇ ਤਾਂ ਲੇਕਰ ਉੱਪਰ ਧਰੋ, ਜੇ ਤੂੰ ਆਖੇ ਮੈਂ ਇਹ ਧਰਤੀ ਦਾ ਪਾਸਾ ਪਲਟਾ ਦਿਆਂ, ਉੱਪਰ ਹੇਠਾਂ ਕਰ ਦਿਆਂ। ਹੁਣ ਤੇ ਕਹੇ ਤਾਂ ਮੋਈ ਗਊ ਦਿਓ ਜਾਏ, ਜੇ ਤੂੰ ਕਹਿਣਾ ਤੇ ਮੈਂ ਮੋਈ ਗਾਂ ਜਿਹੜੀ ਮਰੀ ਹੋਈ ਗਾਂ ਉਹਨੂੰ ਜਿੰਦੀ ਕਰ ਦਿੰਦਾ ਹੈ। ਹੁਣ ਇਹ ਸਿੱਧੇ ਦੇ ਸਪਸ਼ਟ ਜੇ ਮਤਲਬ ਵੀ ਹੈਗੇ ਆ, ਮਤਲਬ ਵੀ ਲਫ਼ਜ਼ ਤੇ ਇਹ ਸਮਝ ਬੜੇ ਸੋਹਣੇ ਆਉਂਦੇ ਆ। ਮੈਂ ਅੰਗ ਤੁਹਾਨੂੰ ਦੱਸ ਦਿੱਤੇ ਆ ਵੀ ਆਹ ਬਾਣੀ ਦੇ ਅੰਗ ਆ, ਇਹ ਕਰਾਮਾਤ ਆ ਜੀ, ਇਹ ਕੌਤਕ ਹੈ ਜੀ ਵਰਤ ਰਹੇ। ਹੁਣ ਕਹੇ ਤਾਂ ਮੋਈ ਗਾਂ ਦਿਓ ਜੋ ਆਏ। ਹੁਣ ਦੱਸੋ ਇੱਥੇ ਕੀ ਇਹਦੇ ਕੀ ਅਰਥ ਹੋਰ ਕਰੋਗੇ ਤੁਸੀਂ? ਕਰ ਸਕਦੇ ਆ ਵੀ ਜੇ ਤੂੰ ਕਹਿਣਾ ਤੇ ਮੈਂ ਮਰੀ ਗਾਂ ਜਿੰਦੀ ਕਰ ਦਿਆਂ, ਸਭ ਕੁਝ ਦੇਖਿਆ ਪਤੀ ਆਏ। ਹੁਣ ਤਾਂ ਜੋ ਹਰ ਇੱਕ ਵਿਅਕਤੀ ਜਿਹੜਾ ਦੇਖ ਕੇ ਪਤੀਜ ਜਾਵੇ, ਉਹਨਾਂ ਨੂੰ ਇਹ ਪਤਾ ਲੱਗ ਜਾਵੇ ਵੀ ਵਾਕਿਆ ਹੀ ਜਿਹੜੀ ਹੈ ਭਗਤਾਂ ਦੀ ਪ੍ਰਮਾਤਮਾ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਜੁਗ ਜੁਗ ਦੇ ਵਿੱਚ ਭਗਤ ਉਪਾਇਆ ਉਹਨੇ ਪੈਦਾ ਕੀਤਾ ਅਤੇ ਉਹਦੀ ਪੈਜ ਰੱਖੀ ਹੈ ਫਿਰ ਪ੍ਰਮਾਤਮਾ ਨੇ। ਹਾਂਜੀ, ਅਤੇ ਹੁਣ ਇੱਥੇ ਦੇਖੋ ਵੀ ਸਭ ਕੋਈ ਦੇਖਿਆ ਪਤੀਆ ਵੀ ਸਾਰੇ ਜਿਹੜੇ ਭਤੀਜ ਜਾਣਗੇ ਜਿਵੇਂ ਮੋਈ ਗਾਂ। ਫਿਰ ਦੇਖੋ ਨਾਮਾ ਪ੍ਰਣਵੈ ਸੇਲ ਮਸੇਲ। ਹੁਣ ਨਾਮਦੇਵ ਜੀ ਪ੍ਰਮਾਤਮਾ ਨੂੰ ਕੋਈ ਕਹਿੰਦੇ ਆ ਵੀ ਹੇ ਪ੍ਰਭੂ, ਗਾਂ ਨੂੰ ਚੋਣ ਲਈ ਇਸ ਨੂੰ ਨਿਆਣਾ ਪਾ ਦਿਓ। ਜਦੋਂ ਪੁਰਾਣੇ ਸਮੇਂ ਦੇ ਵਿੱਚ ਗਾਂ ਜਦੋਂ ਗਾਈ ਚੋਈਦੀ ਅਤੇ ਉਹ ਰੱਸੀ ਜਿਹੀ ਹੁੰਦੀ ਸੀ, ਉਹਨੂੰ ਨਿਆਣਾ ਕਹਿੰਦੇ ਆ ਵੀ ਉਹਨੂੰ ਵਿੱਚੋਂ ਦੀ ਲੱਤਾਂ ਦੇ ਦੋਨਾਂ ਤੋਂ ਨਿਗਾਹ ਕੇ ਇੱਦਾਂ ਪਾ ਦਿੰਦੇ ਵੀ ਗਾਂ ਹਿੱਲਦੀ ਨਹੀਂ ਆ, ਵੀ ਨਿਆਣਾ ਪਾ ਦਿਓ। ਇਹਦਾ ਮਤਲਬ ਹੁਣ ਗਾਂ ਜੀਂਦੀ ਕਰਤੀ, ਹੋ ਗਈ ਨਾ ਗਾਂ ਜੀਂਦੀ। ਗਾਂ ਪ੍ਰਮਾਤਮਾ ਨੇ ਜੀਂਦੀ ਕਰਤੀ, ਉਹ ਕਹਿੰਦੇ ਨਿਆਣਾ ਪਾ ਦਿਓ ਵੀ ਨਿਆਣਾ ਪਾ ਦਿਓ ਵੀ ਜਦੋਂ ਗਾਂ ਜੀਂਦੀ ਹੋ ਗਈ ਅਤੇ ਫਿਰ ਗਊ ਦੁਹਾਈ ਬਛੜਾ ਮੇਲ ਹੈ। ਅਤੇ ਜਦੋਂ ਗਊ ਦੁਹਾਈ ਬਛੜਾ ਮੇਲ ਵੀ ਜਿਹੜਾ ਵੱਛਾ ਛੱਡ ਕੇ ਗਾਂ ਦੀ ਧਾਰ ਕੱਢ ਲਈ ਗਈ। ਹੁਣ ਦੇਖ ਲਓ, ਹੁਣ ਹੋ ਗਈ ਨਾ ਮਰੀ ਗਾਂ ਜੀਂਦੀ ਹੋ ਗਈ, ਪ੍ਰਮਾਤਮਾ ਨੇ ਜੀਂਦੀ ਕਰਤੀ ਮਰੀ ਗਾਂ। ਅਤੇ ਫਿਰ ਉਹ ਫਿਰ ਦੁੱਧ ਹੈ ਦੋਏ ਜਬ ਮਟਕੀ ਭਰੀ, ਹੈ ਨਾ, ਜਦੋਂ ਚੋਏ ਹੋਏ ਦੁੱਧ ਦੀ ਮਟਕੀ ਭਰੀ ਗਈ ਹੈ, ਲੈ ਬਾਦਸ਼ਾਹ ਕੇ ਆਗੇ ਧਰੀ, ਬਾਦਸ਼ਾਹ ਦੇ ਅੱਗੇ ਧਰਤੀ ਵਾਲਾ ਫੜ ਪਈ, ਗਾਂ ਜੀਂਦੀ ਹੋ ਗਈ, ਗਾਂ ਦਾ ਦੁੱਧ ਚੋਇਆ ਗਿਆ। ਫਿਰ ਉਹ ਮਟਕੀ ਜਿਹੜੀ ਹੈ ਬਾਦਸ਼ਾਹ ਦੇ ਅੱਗੇ ਭਰੀ ਗਈ। ਅਤੇ ਹੁਣ ਬਾਦਸ਼ਾਹ ਦੇਖਦਾ, ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹੀਆਂ ਵੀ ਬਣ ਕੀ ਗਿਆ। ਉਹਨੇ ਤਾਂ ਬਣਾਉਣਾ ਸੀ ਮੁਸਲਮਾਨ ਭਗਤ ਨਾਮਦੇਵ ਜੀ ਨੂੰ, ਅਤੇ ਪਰ ਗੱਲ ਕੀ ਬਣ ਗਈ? ਹੁਣ ਗੱਲ ਇਹ ਬਣੀ ਆ ਕਿ ਗੁਰੂ ਪ੍ਰਮਾਤਮਾ ਉਹ ਅਦੁੱਤੀ ਸ਼ਕਤੀ ਜਿਹੜੀ ਹੈਗੀ ਆ ਉਹ ਵਰਤ ਕੇ ਜਿਹੜੀ ਹੈਗੀ ਆ, ਅਤੇ ਉਹ ਜਦੋਂ ਦੇਖਦਾ ਬਾਦਸ਼ਾਹ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿੰਦੇ, ਇਹ ਹੋ ਕੀ ਗਿਆ, ਇੱਦਾਂ ਕਿੱਦਾਂ ਹੋ ਸਕਦਾ ਵੀ, ਕਿਉਂਕਿ ਉਹਨੂੰ ਹੰਕਾਰ ਸੀ ਨਾ। ਅਤੇ ਜਦੋਂ ਇੱਦਾਂ ਹੰਕਾਰ ਜਦੋਂ ਹੁੰਦਾ ਆ ਅਤੇ ਹੰਕਾਰ ਇੱਦਾਂ ਪ੍ਰਮਾਤਮਾ ਜਿਹੜਾ ਆ ਤੋੜਦਾ ਆ ਅਤੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਹੁਣ ਬਾਦਸ਼ਾਹ ਮਹਿਲ ਮੈਂ ਜਾਏ, ਫਿਰ ਉਹ ਇਹ ਦੇਖ ਕੇ ਅੱਖਾਂ ਜਦੋਂ ਅੱਡੀਆਂ ਰਹਿ ਜਾਂਦੀਆਂ ਆ ਅਤੇ ਉਹ ਸ਼ਰਮਿੰਦਾ ਹੋ ਜਾਂਦਾ, ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋ ਕੇ ਅਤੇ ਮਹਿਲ ਨੂੰ ਤੁਰ ਪੈਂਦਾ, ਆਪਣੇ ਮਹਿਲਾਂ ਨੂੰ ਤੁਰ ਪੈਂਦਾ। ਹੁਣ ਘੱਟ ਲੱਗ ਗਈ ਆ। ਹੁਣ ਬਾਦਸ਼ਾਹ ਜਦੋਂ ਮਹਿਲਾਂ 'ਚ ਜਾਂਦਾ ਆ ਅਤੇ ਉਹਦੇ ਵੇਲੇ ਬੜੀ ਔਖੀ ਹੁੰਦੀ, ਉਹ ਸਹਿਮ ਜਿਹਾ ਜਾਂਦਾ ਉਹ ਬੜਾ ਵੀ ਇਹ ਬਣ ਕੀ ਗਿਆ। ਹਾਂਜੀ, ਵੀ ਕਾਜੀ ਮੁੱਲਾ ਬਿਨਤੀ ਫਰਮਾਏ। ਹੁਣ ਕਾਜ਼ੀਆਂ ਅਤੇ ਮੁੱਲਾਂ ਨੇ ਬਾਦਸ਼ਾਹ ਨੂੰ ਪ੍ਰਾਰਥਨਾ ਕੀਤੀ ਅਤੇ ਕਾਜੀ ਮੁੱਲਾ ਬਿਨਤੀ ਫਰਮਾਏ। ਹੁਣ ਬਾਦਸ਼ਾਹ ਜਿਹੜਾ ਹੈਗਾ ਆ ਉਹ ਕਾਜ਼ੀਆਂ ਅਤੇ ਮੁੱਲਾਂ ਨੂੰ ਕਹਿੰਦਾ ਆ, ਬਖਸ਼ੀ ਹਿੰਦੂ ਮੈਂ ਤੇਰੀ ਗਾਏ।
ਆਪਣੇ ਕਾਜ਼ੀਆਂ ਤੇ ਮੌਲਵੀਆਂ ਦੇ ਰਾਹੀਂ ਉਹ ਨਾ ਆਪਣਾ ਬੇਨਤੀ ਘੱਲਦਾ ਆ ਉਹਨੂੰ, ਭਗਤ ਨਾਮਦੇਵ ਜੀ ਨੂੰ, ਤੇ ਕਹਿੰਦਾ ਜੋ ਤੂੰ ਕਹੂੰਗਾ ਉਹੋ ਹੀ ਮੈਂ ਕਰੂੰਗਾ ਤੇ ਮੈਨੂੰ ਬਖਸ਼ ਦੇ। ਆ ਗਿਆ ਨਾ ਹੁਣ। ਇੱਦਾਂ ਜਿਹੜੀ ਇਹ ਕਰਾਮਾਤ ਜਦੋਂ ਵਰਤਦੀ ਆ, ਜਦੋਂ ਕੋਈ ਭਗਤ, ਕੋਈ ਬੰਦਗੀ ਵਾਲੀ ਰੂਹ ਜਦੋਂ ਜਪ ਤਪ ਕਮਾਈ ਉਹਦੀ ਇੰਨੀ ਕੁ ਹੁੰਦੀ ਆ, ਤੇ ਫਿਰ ਇੱਦਾਂ ਕਰਾਮਾਤ ਵਰਤਦੀ ਆ। ਉਹਨੇ ਸ਼ਬਦ ਆ, ਬਾਣੀ ਦਾ ਸ਼ਬਦ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਆ, ਕੋਈ ਇਸ ਸ਼ਬਦ ਨੂੰ ਚੈਲੰਜ ਨਹੀਂ ਕਰ ਸਕਦਾ। ਸਿੱਧੀ ਸਿੱਧੀ ਜਿਹੜੀ ਹੈ ਕਰਾਮਾਤ ਵਰਤਦੀ ਹੈ, ਸਿੱਧੀ ਸਿੱਧੀ ਕਰਾਮਾਤ ਵਰਤਦੀ ਹੈ। ਹਾਂਜੀ, ਇਸ ਕਰਾਮਾਤ ਨੂੰ ਤੁਸੀਂ ਕਦੀ ਵੀ ਨਕਾਰ ਨਹੀਂ ਸਕਦੇ, ਇਹਨੂੰ ਛੱਡ ਨਹੀਂ ਸਕਦੇ, ਕਹਿ ਨਹੀਂ ਸਕਦੇ ਨਹੀਂ ਨਹੀਂ ਇੱਦਾਂ ਦੀ ਹੋ ਹੀ ਨਹੀਂ ਸਕਦਾ, ਹੈ ਨਾ। ਅਤੇ ਹੁਣ ਨਾਮਾ ਕਹੇ ਸੁਣੋ ਬਾਦਸ਼ਾਹ, ਹੁਣ ਭਗਤ ਨਾਮਦੇਵ ਜੀ ਅੱਗਿਓਂ ਕਹਿੰਦੇ ਆ ਉਹਨਾਂ ਕਾਜੀ ਮੁੱਲਾਂ ਨੂੰ ਜਿਹੜੇ ਆਉਂਦੇ ਆ ਉਹਨਾਂ ਕੋਲ, ਇਹ ਕਿਸ ਪਤੀਆ ਮੁਝੇ ਦਿਖਾਏ, ਵੀ ਮੈਨੂੰ ਇਹ ਵਾਅਦਾ ਕਰ ਵੀ ਬਾਦਸ਼ਾਹ ਨੂੰ ਉਹ ਸੁਨੇਹਾ ਭੇਜਦਾ ਜਾਂ ਆਪ ਜਾਂਦਾ, ਜਿੱਦਾਂ ਵੀ ਬਾਦਸ਼ਾਹ ਨੂੰ ਕਹਿੰਦਾ ਵੀ ਇਹ ਵੀ ਮੈਨੂੰ ਮੇਰੇ ਨਾਲ ਇਹ ਪਤੀਆ ਕਾ ਇਹ ਹੈ ਪ੍ਰਵਾਨ, ਵੀ ਮੈਨੂੰ ਇਹ ਮੇਰਾ ਵਾਅਦਾ ਕਰ ਵੀ ਸਾਚ ਸੀਲ ਚਾਲੋ ਸੁਲਤਾਨ, ਵੀ ਤੂੰ ਇਹ ਮੇਰੇ ਨਾਲ ਵਾਅਦਾ ਕਰ ਵੀ ਜਿਹੜਾ ਤੂੰ ਨਿਮਰਤਾ ਦੇ ਰਸਤੇ ਤੁਰੂੰਗਾ ਅਤੇ ਸਦਾ ਹੰਕਾਰ ਤੋਂ ਪਰੇ ਰਹਿ ਕੇ ਅਤੇ ਆਪਣੀ ਜਨਤਾ ਦੀ ਸੇਵਾ ਕਰੂੰਗਾ, ਵੀ ਇਹ ਮੇਰੇ ਨਾਲ ਵਾਅਦਾ ਕਰ ਵੀ ਤੂੰ ਇੱਦਾਂ ਕਿਸੇ 'ਤੇ ਅਤਿਆਚਾਰ ਨਹੀਂ ਕਰੂੰਗਾ, ਕਿਸੇ ਭਗਤ ਤੇ ਕਿਸੇ ਬੰਦਗੀ ਵਾਲੀ ਰੂਹ ਤੇ ਅਤਿਆਚਾਰ ਨਹੀਂ, ਸਾਰਿਆਂ ਨੂੰ ਬਰਾਬਰ ਸਮਝੂਗਾ। ਇਹ ਭਗਤ ਨਾਮਦੇਵ ਜੀ ਕਹਿੰਦੇ ਵੀ ਸਾਚ ਸੀਲ ਚਾਲੋ ਸੁਲਤਾਨ, ਸੱਚ ਦੇ ਰਸਤੇ 'ਤੇ ਤੂੰ ਚੱਲਣਾ ਕਰ ਹੈ, ਨਾਮ ਦਿਓ ਸਭ ਰਿਹਾ ਸਮਾਏ, ਵੀ ਹੁਣ ਉਸ ਦੇ ਮਗਰੋਂ ਨਾਮ ਦੇ ਸਾਰੇ ਵਿੱਚ ਉਹਦੀ ਪ੍ਰਸਿੱਧੀ ਹੋ ਗਈ। ਹੁਣ ਨਾਮ ਦਿਓ ਸਭ ਰਿਹਾ ਸਮਾਏ, ਵੀ ਸਾਰਿਆਂ ਵੀ ਭਗਤ ਨਾਮਦੇਵ ਦੇਖੋ ਕਿੱਡੀ ਵੱਡੀ ਗੱਲ, ਦੇਖੋ ਨਾ ਕਿੱਡੀ ਵੱਡੀ ਹੈ। ਹੁਣ ਕਿੱਡੀ ਵੱਡੀ ਕਰਾਮਾਤ ਵਰਤਦੀ ਹੈ। ਹੁਣ ਕੋਈ ਚੈਲੰਜ ਕਰ ਸਕਦਾ ਇਸ ਸ਼ਬਦ ਨੂੰ? ਚੈਲੰਜ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆ ਅਤੇ ਭਗਤ ਨਾਮਦੇਵ ਜੀ ਭੈਰੋ ਰਾਗ ਦੇ ਵਿੱਚ ਆ। ਹੁਣ ਵਰਤੀ ਨਾ ਕਰਾਮਾਤ। ਹੁਣ ਕਿਹੜੇ ਲੋਕ ਆ ਜਿਹੜੇ ਲੋਕ ਇਹ ਕਹਿੰਦੇ ਨਾ ਵੀ ਹਾਂ ਜੀ ਕਰਾਮਾਤ ਨਹੀਂ ਹੁੰਦੀ, ਕੌਤਕ ਨਹੀਂ ਹੁੰਦੇ, ਉਹ ਹੁੰਦੇ ਜੇ ਬੰਦਾ ਖੁਦ ਕਵੇ ਨਾ ਮੈਂ ਕਰਦਾ, ਮੈਂ ਫਿਰ ਉਹ ਜਿਹੜੀ ਜਦੋਂ ਮੈਂ ਵਾਲੀ ਗੱਲ ਆਉਂਦੀ ਨਾ, ਉਹ ਜਿਹੜੀ ਆ ਸਿੱਖੀ ਦੇ ਵਿੱਚ ਜਿਹੜੀ ਗਲਤ ਗੱਲ ਆ। ਜਦੋਂ ਆਪ ਵਰਤਦਾ ਆ ਪ੍ਰਮਾਤਮਾ ਕੌਤਕ, ਆਪ ਪ੍ਰਮਾਤਮਾ ਗੁਰੂ ਵਰਤਾਉਂਦਾ ਆ, ਅਤੇ ਉਹ ਫਿਰ ਉਹ ਜਿਹੜੀ ਹੈਗੀ ਆ, ਅਤੇ ਉਹ ਭਗਤਾਂ ਦੀ ਅਤੇ ਜੁਗ 'ਚ ਹੀ ਰੱਖਦਾ ਆ ਪਰਮਾਤਮਾ, ਹੈ ਨਾ। ਹੁਣ ਨਾਮ ਦਿਓ ਰਿਹਾ ਮਿਲ ਹਿੰਦੂ ਸਭ ਨਾਮੇ ਪੈ ਜਾਏ। ਹੁਣ ਸਾਰੇ ਹਿੰਦੂ ਹੋਰ ਜਿੰਨੇ ਵੀ ਇਲਾਕੇ ਦੇ ਸੱਜਣ ਸਾਰੇ ਨਾਮਦੇਵ ਦੀ ਕੋਲ ਜਾਂਦੇ ਆ, ਗੱਲਾਂ ਹੁੰਦੀਆਂ, ਨਾਮਦੇਵ ਦੀ ਜੈ ਜੈਕਾਰ ਹੋਣ ਲੱਗ ਪੈਂਦੀ ਹੈ, ਅਤੇ ਉਹ ਆਖਣ ਲੱਗਦੇ ਆ ਵੀ ਜਬ ਅਬ ਕੀ ਬਾਰ ਨਾ ਜੀਵੈ ਗਏ, ਅਤੇ ਫਿਰ ਇਹ ਗੱਲਾਂ ਵੀ ਕਰਦੇ ਆ ਨਾਲ। ਹੁਣ ਦੇਖੋ ਨਾ, ਹੁਣ ਗੱਲਾਂ ਕਰਦੇ ਆ, ਉਹ ਇੱਦਾਂ ਕਹਿੰਦੇ ਆ ਕਿ ਜਬ ਅਬ ਕੀ ਬਾਰ ਨਾ ਜੀਵੈ ਗਏ, ਜੇ ਕਿਤੇ ਹੁਣ ਗਾਂ ਜੀਂਦੀ ਨਾ ਹੁੰਦੀ, ਹੁਣ ਵੀ ਜੇ ਕਿਤੇ ਜੀਂਦੀ ਨਾ ਹੁੰਦੀ ਤਾਂ ਨਾਮਦੇਵ ਕਾ ਪਤੀਆ ਜਾਏ। ਫਿਰ ਜਿਹੜਾ ਭਗਤ ਨਾਮਦੇਵ ਜੀ ਦਾ ਇਤਬਾਰ ਜਾਂਦਾ ਰਹਿਣਾ ਸੀ, ਭਾਵ ਉੱਤੇ ਵਿਸ਼ਵਾਸ ਨਹੀਂ ਕਿਸੇ ਨੇ ਕਰਨਾ। ਇੱਦਾਂ ਇੱਜ਼ਤ ਪੱਤ ਜਿਹੜੀ ਹੈ ਪ੍ਰਮਾਤਮਾ ਭਗਤਾਂ ਦੀ ਰੱਖਦਾ ਆ, ਇੱਦਾਂ ਜਿਹੜੇ ਕਾਰਜ ਸਵਾਰਦਾ ਆ, ਇੱਦਾਂ ਸਾਰਾ ਕੁਛ ਜਿਹੜਾ ਆ ਆਪਣੇ ਆਪ। ਹੁਣ ਸਾਡੀ ਜਿੰਨੀ ਕੁ ਕਿਸੇ ਦੀ ਭਗਤੀ ਹੁੰਦੀ ਉਨੇ ਕੁ ਕਾਰਜ ਆਪਾਂ ਛੋਟੇ ਮੋਟੇ ਕੰਮ ਵਾਸਤੇ ਕਹਿੰਦੇ ਹਾਂ ਅਸੀਂ 10 ਪਾਠ ਕਰਨੇ ਆ ਜੀ, 15 ਪਾਠ ਕਰਨੇ ਆ, ਸਾਨੂੰ ਆਹ ਰੋਗ, ਅਸੀਂ ਇੰਨੀ ਕੁ ਬਾਣੀ ਪੜ੍ਹਨੀ, ਫਿਰ ਉਨੇ ਕੁ ਹੋ ਜਾਂਦਾ ਆ, ਕਿਉਂ ਬਾਣੀ ਨੇ ਆਪਣੀ ਸ਼ਕਤੀ ਦਿਖਾਉਣੀ ਹਰ ਥਾਂ ਦਿਖਾਉਣੀ ਆ, ਉਹ ਕਰਾਮਾਤ ਵਰਤੀ ਜਾਂਦੀ ਆ। ਪਰ ਜੇ ਤੁਸੀਂ ਰੱਬ ਨੂੰ ਪਾਉਣਾ, ਪਰਮਾਤਮਾ ਨੂੰ ਪਾਉਣਾ ਆ, ਉਹ ਗੱਲਾਂ ਫਿਰ ਰੂਹਾਨੀਅਤ ਦੀਆਂ, ਹੋਰ ਬੰਦਗੀ, ਹੋਰ ਜਪ ਤਪ, ਹੋਰ ਕਮਾਈ ਜਿਹੜੀ ਉਹ ਕਰਨੀ ਪੈਂਦੀ ਹੈ। ਮਿਹਨਤ ਆ, ਇਹ ਮਿਹਨਤ ਦਾ ਵਿਸ਼ਾ ਆ। ਹਾਂਜੀ, ਹੁਣ ਤਾਂ ਨਾਮਦੇਵ ਕਾ ਪਤੀਆ ਜਾਏ। ਫਿਰ ਹੁਣ ਨਾਮਦੇਵ ਜੀ ਦਾ ਸਾਰੇ ਤੇ ਉਹ ਕਹਿੰਦੇ ਵੀ ਉਹ ਸਾਰੇ ਗੱਲਾਂ ਕਰਦੇ ਆ ਵੀ ਇਹ ਜੇ ਕਿਤੇ ਗਾਂ ਜੀਂਦੀ ਨਾ ਹੁੰਦੀ। ਦੇਖੋ ਹੁਣ ਇਹ ਦੇਖੋ ਸਾਰਾ ਬਿਰਤਾਂਤ ਜਿਹੜਾ ਲਿਖਿਆ ਆ ਗੱਲ ਵੀ, ਜਿੱਦਾਂ ਆਮ ਲੋਕ ਜਿੱਦਾਂ ਗੱਲਾਂ ਕਰਦੇ ਸੀਗੇ, ਜਿੱਦਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਗੱਲਾਂ ਸੀਗੀਆਂ, ਉਹ ਸਾਰੀਆਂ ਗੱਲਾਂ ਚਰਚਾ ਹੁੰਦੀ ਆ ਲੋਕਾਂ ਦੇ ਵਿੱਚ, ਘਰ ਦੇ ਵਿੱਚ ਗੱਲਾਂ ਹੁੰਦੀਆਂ ਵੀ ਜੇ ਕਿਤੇ ਨਾ ਗਾਂ ਜੀਂਦੀ ਹੁੰਦੀ, ਮਤਲਬ ਵੀ ਦੇਖੋ ਕਿੱਡੀ ਵੱਡੀ ਕਰਾਮਾਤ ਵਰਤੀ ਹੈ ਇੱਥੇ। ਹਾਂਜੀ, ਹੁਣ ਕੀ ਹੈ ਵੀ ਨਾਮੇ ਕੀ ਕੀਰਤ ਰਹੀ ਸੰਸਾਰ, ਨਾਮਦੇਵ ਦਾ ਜਸ ਜਹਾਨ ਅੰਦਰ ਫੈਲ ਗਿਆ ਹੈ। ਨੀਚੇ ਊਚ ਕਰੇ ਮੇਰਾ ਗੋਬਿੰਦ, ਨੀਚਾਂ ਤੋਂ ਇੱਦਾਂ ਉੱਚਾ ਕਰ ਦਿੰਦਾ। ਕਿੱਦਾਂ? ਇੱਦਾਂ ਕਰਾਮਾਤ ਵਰਤਦੀ ਹੈ, ਇੱਦਾਂ ਹੁੰਦਾ ਸਾਰਾ ਕੁਛ। ਭਗਤ ਜਨਾਂ ਲੈ ਉਧਰਿਆ ਪਾਰ। ਹਾਂਜੀ, ਜਿਹੜਾ ਪ੍ਰਭੂ ਹੈ ਆਪਣੇ ਭਗਤਾਂ ਅਤੇ ਸੇਵਕਾਂ ਨੂੰ ਚਰਨਾਂ ਦੇ ਨਾਲ ਲਾ ਕੇ ਪਾਰ ਕਰ ਦਿੰਦਾ ਹੈ, ਅਤੇ ਨਾਮਦੇਵ ਦੀ ਸੋਭਾ ਜਗਤ ਵਿੱਚ ਬਣੀ ਰਹੀ। ਇੱਦਾਂ ਅੱਗੇ ਕਰਦਾ ਆ, ਹੈ ਨਾ। ਹੁਣ ਦੇਖੋ, ਹੁਣ ਸ਼ਬਦ ਦਾ ਜਿਹੜਾ ਆਖਰੀ ਜਿਹੜਾ ਹਿੱਸਾ ਆ, ਸਗਲ ਕਲੇਸ਼ ਨਿੰਦਕ ਭਿਆ ਖੇਦ। ਹੁਣ ਸਾਰੀ ਤਕਲੀਫ ਅਤੇ ਕਸ਼ਟ ਕਲੰਕ ਲਾਉਣ ਵਾਲੇ ਨੂੰ ਆ ਵਾਪਰੇ,
ਹੈ ਨਾ। ਨਾਮੇ ਨਰਾਇਣ ਨਾਹੀ ਭੇਦ। ਹੁਣ ਭਗਤੀ ਉਹਦੀ ਇੰਨੀ ਸੀ ਨਾਮ ਦੇ, ਅਤੇ ਨਾਮ ਦੇ ਵਿੱਚ ਤੇ ਉਸ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਿਹਾ। ਹਰ ਹਰ ਜਨ ਦੀ ਏਕ ਹੈ, ਬਿਬ ਵਿਚਾਰ ਕਿਛ ਨਾ ਹੈ। ਕਿਉਂਕਿ ਜਦੋਂ ਭਗਤੀ ਦੇ ਬੰਦਗੀ ਇੰਨੀ ਵੱਧ ਜਾਂਦੀ ਹੈ, ਇੰਨਾ ਉਹ ਜਿਹੜਾ ਹੈਗਾ ਆ ਅੱਗੇ ਇੱਕਮਿਕ ਪ੍ਰਮਾਤਮਾ ਦੇ ਵਿੱਚ ਜਪ ਜਪ ਕੇ ਵਿੱਚ ਜਪ ਜਪ ਕੇ ਵਿੱਚ ਜਪ ਜਪ ਕੇ ਵਿੱਚ ਜਪ 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 ਕੇ ਤੇ ਸਾਰਾ ਰੂਪ ਜਿਹੜਾ ਆ ਉਸ ਭਗਤ ਦਾ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਆ, ਉਹ ਆਪ ਅਭੇਦ ਹੋ ਜਾਂਦਾ ਆ। ਸੋ ਇਹ ਜਿਹੜੀ ਹੁਣ ਆਪ ਜੀ ਨੂੰ ਇਹ ਵੀਡੀਓ ਤਾਂ ਥੋੜ੍ਹੀ ਲੰਬੀ ਹੋ ਗਈ ਆ, ਪਰ ਇਹਦੇ ਵਿੱਚ ਤੁਸੀਂ ਬੜੇ ਪੱਧਰੇ ਅਤੇ ਸਪਸ਼ਟ ਦੇ ਲਫ਼ਜ਼ਾਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਜਿਹੜੇ ਬੰਦੇ ਕਰਾਮਾਤ ਦੀ ਗੱਲ ਕਰਦੇ ਵੀ ਲੈ ਜੀ ਕਰਾਮਾਤ ਤਾਂ ਹੁੰਦੀ ਨਹੀਂ, ਲਓ ਜੀ ਇਹ ਤਾਂ ਕੌਤਕ ਤਾਂ ਕਦੀ ਵਰਤਦੇ ਹੀ ਨਹੀਂ, ਇਹ ਤਾਂ ਗੱਲਾਂ ਬਣਾਈਆਂ ਗਈਆਂ ਆ, ਹੈ ਨਾ। ਪਰ ਜਿੱਦਾਂ ਹਰੇਕ ਬੰਦਾ ਆ, ਹਰੇਕ ਖਿੱਤੇ ਵੱਖਰੇ ਵੱਖਰੇ ਖਿੱਤੇ ਦੇ ਵਿੱਚ ਆਪਣਾ ਉਹਨੂੰ ਨੌਲੇਜ ਹੁੰਦੀ ਆ। ਜਿੱਦਾਂ ਟਰੱਕ ਚਲਾਉਣ ਵਾਲੇ ਨੂੰ ਟਰੱਕ ਦੀ ਨੌਲੇਜ ਆ, ਜਹਾਜ਼ ਚਲਾਉਣ ਵਾਲੇ ਨੂੰ ਜਹਾਜ਼ ਦੀ ਨੌਲੇਜ ਆ, ਅਤੇ ਜਿਹੜਾ ਬੰਦਾ ਡਾਕਟਰ ਆ ਉਹਨੂੰ ਡਾਕਟਰੀ ਦੀ ਨੌਲੇਜ ਆ। ਇੱਦਾਂ ਹੀ ਜਿਹੜੇ ਭਗਤ ਆ, ਜਪ ਤਪ ਆ, ਉਹਦੇ ਵਿੱਚ ਕੀ ਕਰਾਮਾਤਾਂ ਵਰਤਦੀਆਂ, ਕੀ ਕੌਤਕ ਵਰਤਦੇ ਆ, ਤੁਸੀਂ ਕਿਸੇ ਨੂੰ ਇੱਦਾਂ ਕਹਿ ਨਹੀਂ ਸਕਦੇ। ਅਤੇ ਨਾਲੇ ਜਿਹੜੀ ਬਾਣੀ ਦੇ ਵਿੱਚ ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਆ, ਅਤੇ ਉਹਦੀ ਜਿਹੜੀ ਸਾਰੀ ਜਿਹੜੀ ਰੂਪ ਰੇਖਾ ਆ, ਵਰਤਾਂਤ ਜਿਹੜਾ ਹੈਗਾ ਭਗਤ ਨਾਮਦੇਵ ਜੀ ਦੇ ਸ਼ਬਦ ਵਿੱਚ ਸਾਰਾ ਕੁਝ, ਜਿਹੜਾ ਕੱਲੀ ਜਿਹੜੀ ਗੱਲ ਆ ਕਰਾਮਾਤ ਦੀ ਕਿੱਦਾਂ ਵਰਤਦੀ ਆ, ਕੀ ਹੋਇਆ ਕੀ, ਸਾਰਾ ਕੁਝ ਉਹ ਵਰਤਦਾ ਆ ਵਿੱਚ। ਅਤੇ ਇਹਨੂੰ ਕੋਈ ਚੈਲੰਜ ਵੀ ਨਹੀਂ ਕਰ ਸਕਦਾ। ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਆ, ਅਤੇ ਇਸ ਕਰਕੇ ਬਾਣੀ ਦੇ ਵਿੱਚ ਅਸੀਮ ਸ਼ਕਤੀ ਆ। ਸੋ ਅੱਗੇ ਅਸੀਂ ਜਿਹੜੀਆਂ ਤਕਰੀਬਨ ਰੋਜ਼ਾਨਾ 2 ਵੀਡੀਓ 3 ਵੀਡੀਓ ਆਪਾਂ ਜ਼ਰੂਰ ਜਿਹੜੀਆਂ ਇਹ ਕੌਤਕ ਅਤੇ ਕਰਾਮਾਤ ਜ਼ਰੂਰ ਆਪਾਂ ਜਿਹੜੀਆਂ ਹੈਗੀਆਂ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪਾਵਾਂਗੇ। ਕਿਉਂਕਿ ਅਜੋਕਾ ਸਮਾਂ ਜਿਹੜਾ ਸਾਇੰਸ ਦਾ ਯੁੱਗ ਹੋਣ ਕਰਕੇ ਇਹਨਾਂ ਗੱਲਾਂ ਦੇ ਉੱਤੇ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਵਿਸ਼ਵਾਸ ਨਹੀਂ ਬੱਝਦਾ। ਅਤੇ ਪਰ ਆਪਾਂ ਹੁਣ ਇੱਦਾਂ ਕਰਾਂਗੇ ਕਿ ਅੱਗੇ ਤੋਂ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੰਨੇ ਵੀ ਕੌਤਕ ਜਾਂ ਕਰਾਮਾਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਾਰਾਜ ਨੇ ਦਲੀਲ ਦਲੀਲ ਜਿਹੜੀਆਂ ਦਿੱਤੀਆਂ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੰਨਾ ਵੀ ਕੌਤਕਾਂ ਦੀ ਗੱਲ ਆਉਂਦੀ ਆ ਜਾਂ ਭਗਤਾਂ ਦੀ ਆਉਂਦੀ ਹੈ ਗੱਲ, ਉਹ ਸਾਰੀ ਆਪਾਂ ਜਿਹੜੀ ਹਰ ਕਰਾਮਾਤ ਅਤੇ ਹਰ ਕੌਤਕ ਦੀ ਜਿਹੜੀ ਗੱਲ ਆ, ਅਤੇ ਉਹ ਆਪਾਂ ਵੀਡੀਓ ਦੇ ਰਾਹੀਂ ਜ਼ਰੂਰ ਆਪਾਂ ਸਾਰੇ ਸੰਗਤ ਦੇ ਸਨਮੁਖ ਰੱਖਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।